ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 9 ਦਾ ਫਾਈਨਲ ਐਗਜ਼ਾਮ ਦੇ ਵਿੱਚ ਮੈਥ ਦਾ ਪੇਪਰ। ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ। ਜੈਸ ਟਿਊਟਰ ਪੰਜਾਬ ਦਾ ਇੱਕ ਪਹਿਲਾ ਚੈਨਲ ਬਣਨ ਜਾ ਰਿਹਾ ਜੋ ਕਲਾਸ 8, 9th ਐਂਡ 10th ਦੀ ऑनलाइन ट्यूशन स्टार्ट करेगा। सो ਜਿਹੜੇ ਵੀ ਸਟੂਡੈਂਟ ਆਨਲਾਈਨ ਟਿਊਸ਼ਨ ਦੇ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਨੇ ਉਹ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਟੈਲੀਗ੍ਰਾਮ ਲਿੰਕ ਤੇ ਜੁੜ ਜਾਣ। ਅਪ੍ਰੈਲ ਦੇ ਵਿੱਚ ਅਸੀਂ ਆਨਲਾਈਨ ਟਿਊਸ਼ਨ ਸਟਾਰਟ ਕਰਾਂਗੇ। ਜ਼ਿਆਦਾ ਇਨਫੋਰਮੇਸ਼ਨ ਦੇ ਲਈ ਤੁਸੀਂ ਟੈਲੀਗ੍ਰਾਮ ਤੇ ਲਿੰਕ ਕਰ ਸਕਦੇ ਹੋ ਤੇ ਡਾਇਰੈਕਟ ਮੇਰੇ ਨਾਲ ਗੱਲ ਕਰ ਸਕਦੇ ਹੋ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਇੰਪੋਰਟੈਂਟ ਵੀਡੀਓ। मैथ फस्ट क्वेश्चन है जी अपने को 0 ਅਤੇ 1 ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਹੋ ਸਕਦੀਆਂ ਹਨ। ਹਾਊ ਮੈਨੀ ਹੋਲ ਨੰਬਰਸ ਕੈਨ ਬੀ देयर ਬਿਟਵੀਨ 0 ਐਂਡ 1। ਸੋ ਆਨਸਰ ਹੈ ਜੀ ਇਸ ਦਾ ਨਨ, ਕੋਈ ਨਹੀਂ। ਨੈਕਸਟ क्वेश्चन है जी अपने ਕੋਲ 7.24 ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੋਵੇਗਾ। व्हाट काइंड ऑफ डेसिमल एक्सपेंशन डज 7.24। ਦੇਖੋ ਸਟੂਡੈਂਟ ਤੁਸੀਂ ਜਦੋਂ ਕੋਈ ਵੀ ਟਰਮੀਨੇਟਿੰਗ ਐਂਡ ਨਾਨ ਟਰਮੀਨੇਟਿੰਗ ਦੇਖਣਾ ਹੋਵੇ ਤਾਂ ਤੁਸੀਂ ਜੋ ਉੱਪਰ ਲਿਖਿਆ ਇਸ ਤਰ੍ਹਾਂ ਉੱਪਰ ਲਿਖਿਆ 7 ਤੁਸੀਂ ਇਸ ਨੂੰ ਕਰਕੇ ਦੇਖਣਾ ਹੋਵੇ ਤਾਂ 7 ਅੰਦਰ 24 ਬਾਹਰ। ਜੋ ਉੱਪਰ ਲਿਖਿਆ ਉਹ ਹਮੇਸ਼ਾ ਅੰਦਰ ਰਹੇਗਾ ਡਿਵਾਈਡ ਕਾਲਮ ਦੇ ਵਿੱਚ और जो नीचे लिखा वो बाहर रहेगा। चलो इसमें डिवाइड करांगे। देखो 24 ਦੇ ਟੇਬਲ 'ਚ 7 ਨਹੀਂ ਆਉਂਦਾ ਤਾਂ ਸਭ ਤੋਂ ਪਹਿਲਾਂ ਹੀ ਇੱਥੇ ਪੁਆਇੰਟ ਲੱਗੇਗਾ, ਇੱਥੇ 0 ਲੱਗੇਗੀ। ਤਾਂ ਨੈਕਸਟ ਅਸੀਂ ਇਸ ਨੂੰ 24 ਦੇ ਟੇਬਲ 'ਚ 70 ਤੋਂ ਛੋਟਾ ਦੇਖਣਾ ਕੀ ਆਉਂਦਾ। 24 2 ਦਾ 48। ਇਸ ਨੂੰ ਮਾਈਨਸ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਆਪਣੇ ਕੋਲ 22। ਫਿਰ ਇੱਥੇ ਆਪਣੇ ਵੱਲੋਂ 0 ਲਗਾਵਾਂਗੇ। ਫਿਰ 24 ਦੇ ਵਿੱਚ 220 ਤੋਂ ਆਪਾਂ ਛੋਟਾ ਦੇਖਾਂਗੇ ਕਿ ਕੀ ਆਉਂਦਾ। ਸੋ 9 ਤੇ ਆਉਂਦਾ ਜੀ ਆਪਣੇ ਕੋਲ 216। ਫਿਰ ਇਸ ਨੂੰ ਮਾਈਨਸ ਕਰਾਂਗੇ ਆਨਸਰ ਆ ਜਾਏਗਾ ਆਪਣੇ ਕੋਲ 4। ਫਿਰ ਇੱਥੇ ਆਪਣੇ ਵੱਲੋਂ 0 ਲਗਾਵਾਂਗੇ। ਫਿਰ ਨੈਕਸਟ ਜਾਏਗਾ ਜੀ 24 1 ਦਾ 24। ਫਿਰ ਨੈਕਸਟ ਇੱਥੇ ਆਪਣੇ ਕੋਲ ਮਾਈਨਸ ਕਰਕੇ ਕੀ ਬਚਦਾ 6 1 0। ਫਿਰ ਅੱਗੇ ਡਿਵਾਈਡ ਕਰਾਂਗੇ 6 ਤੇ ਆਨਸਰ ਆਏਗਾ 144। ਫਿਰ ਆਪਣੇ ਕੋਲ ਬਚੇਗਾ 6 1 0। ਫਿਰ 0 ਸੀ ਆਪਣੇ ਵੱਲੋਂ ਫਿਰ ਲਗਾ ਲੈਣੀ ਹੈ। ਫਿਰ ਅੱਗੇ 6। ਹੁਣ ਇਹ ਕੀ ਹੋ ਰਿਹਾ ਬਾਰ-ਬਾਰ 160 ਐਂਡ 144 ਆਂਦਾ ਹੀ ਜਾਏਗਾ। ਇਟ ਮੀਨਸ ਕੀ ਹੈ 6 ਦੇ ਉੱਪਰ ਬਾਰ ਲੱਗ ਜੇਗੀ 0.2916 ਉੱਪਰ ਬਾਰ ਦਾ ਮਤਲਬ ਕੀ ਆ ਕਿ ਜਿਹੜਾ 6 ਹੈ ਉਹ ਬਾਰ-ਬਾਰ ਆ ਰਿਹਾ। तो इट मीनस ਕੀ ਹੈ ਜਿਹੜੀ ਚੀਜ਼ ਜਦੋਂ ਅਸੀਂ ਡਿਵਾਈਡ ਕਰਦੇ ਆ ਤਾਂ ਜਦੋਂ ਇਹ ਫੁੱਲ ਡਿਵਾਈਡ ਨਹੀਂ ਹੁੰਦਾ ਤਾਂ ਇਟ ਮੀਨਸ ਕੀ ਹੁੰਦਾ ਇਹ ਨॉन ਟਰਮੀਨੇਟਿੰਗ ਹੋ ਜਾਂਦਾ। ਜਿਸ ਤਰ੍ਹਾਂ ਐਗਜ਼ਾਮਪਲ ਦੇ ਤੌਰ ਤੇ ਅਸੀਂ ਇੱਥੇ 33/8 ਲਿਆ। ਜਦੋਂ ਇਸ ਨੂੰ ਅਸੀਂ ਡਿਵਾਈਡ ਕਰਾਂਗੇ ਉੱਪਰ ਵਾਲਾ ਅੰਦਰ ਨੀਚੇ ਵਾਲਾ ਬਾਹਰ 8 4 ਦਾ 32 1। ਫਿਰ ਇੱਥੇ 8 ਦੇ ਟੇਬਲ 'ਚ 1 ਨਹੀਂ ਆਉਂਦਾ ਤਾਂ ਇੱਥੇ ਕੀ ਲਗਾਵਾਂਗੇ ਪੁਆਇੰਟ ਇੱਥੇ 0। 8 1 ਦਾ 8 ਫਿਰ 2 ਫਿਰ 0 ਆਪਣੇ ਵੱਲੋਂ ਲਗਾਵਾਂਗੇ ਇੱਥੇ 8 2 ਦਾ 16 4 ਫਿਰ 0 ਆਪਣੇ ਵੱਲੋਂ 8 5 ਦਾ 40। ਹੁਣ ਇੱਥੇ ਕੀ ਹੋਇਆ ਨੀਚੇ ਜਾ ਕੇ ਫੁੱਲ ਡਿਵਾਈਡ ਹੋ ਗਿਆ। ਆਨਸਰ ਕੀ ਆਇਆ ਆਪਣੇ ਕੋਲ 4.125। ਆਨਸਰ ਆਪਾਂ ਨੂੰ ਕੋਈ ਚੱਕਰ ਨਹੀਂ ਜੋ ਮਰਜ਼ੀ ਆਵੇ ਪਰ ਇੱਥੇ ਆਨਸਰ ਦੇਖਣਾ ਕੀ ਆ ਸੀ ਕਿ ਇਹ ਫੁੱਲ ਡਿਵਾਈਡ ਹੋ ਗਿਆ। ਠੀਕ ਹੈ ਨੀਚੇ ਕੁਝ ਨਹੀਂ ਬਚਿਆ ਆਪਣੇ ਕੋਲ। ਤਾਂ ਡੈਟ ਇਜ਼ ਦਾ ਕੀ ਹੋਇਆ ਫਿਰ ਇਹ ਟਰਮੀਨੇਟਿੰਗ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਸ਼ਾਂਤ ਐਂਡ ਨਾਨ ਟਰਮੀਨੇਟਿੰਗ ਨੂੰ ਕਹਿ ਦਿੰਦੇ ਆ ਅਸ਼ਾਂਤ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ व्हाट इज द डिग्री ऑफ अ कांस्टेंट पॉलिनोमियल। ਕਿਸੇ ਅਚਲ ਬਹੁਪਦ ਦੀ ਘਾਤ ਕਿੰਨੀ ਹੈ। ਆਨਸਰ ਆ ਜੀ ਆਪਣੇ ਕੋਲ 0। ਨੈਕਸਟ ਕੁਐਸਚਨ ਆ ਆਪਣੇ ਕੋਲ 2x 5 ਦੀ ਸਿਫਰ ਪਤਾ ਕਰੋ। फाइंड द 0 पॉलिनोमियल 2x 5। ਸਿੰਪਲ ਹੈ ਜੀ ਤੁਸੀਂ ਕੀ ਕਰਨਾ 2x 5 0 ਰੱਖ ਲੈਣਾ। ਫਿਰ 2x ਜਿਹੜਾ ਦੇਖੋ -5 ਹੈ ਦੂਜੀ ਸਾਈਡ ਜਾਊਗਾ ਤੇ ਕੀ ਹੋ ਜਾਊਗਾ ਪਲੱਸ। ਫਿਰ x ਜਿਹੜਾ ਇੱਥੇ ਦੇਖੋ ਨਾਲ ਚਿੰਬੜਿਆ ਦੋਨਾਂ ਦੇ ਵਿੱਚ ਕੋਈ ਸਾਈਨ ਨਹੀਂ x and 2 ਦੇ ਵਿੱਚ ਤਾਂ ਇਹਨੂੰ ਚੱਕ ਕੇ ਮਾਰੋ ਥੱਲੇ 5 ਦੇ ਨੀਚੇ 2। x ਆਪਣੇ ਕੋਲ ਬਣ ਗਿਆ 5.2। ਆਨਸਰ ਹੋ ਗਿਆ ਆਪਣੇ ਕੋਲ ਆਪਸ਼ਨ ਨੰਬਰ ਡੀ। ਨੈਕਸਟ ਹੈ ਜੀ ਆਪਣੇ ਕੋਲ ਬਿੰਦੂ -3 and 0 ਕਿੱਥੇ ਸਥਿਤ ਹੁੰਦਾ ਪੁਆਇੰਟ -3 and 0 ਲਾਈਨਸ ਕਿਹੜੇ ਕੁਆਡਰੈਂਟ ਦੇ ਵਿੱਚ। ਫਸਟ ਕੁਆਡਰੈਂਟ x ਐਕਸਿਸ ਓਨਲੀ y ਐਕਸਿਸ ਬੋਥ ਐਕਸਿਸ ਓਨਲੀ। ਦੇਖੋ ਇਹ ਸਿੰਪਲ ਹੈ ਜੀ ਇਹ ਆਪਣੇ ਕੋਲ x ਐਕਸਿਸ ਐਂਡ y ਐਕਸਿਸ ਵਾਲੇ ਕੁਆਡਰੈਂਟ ਹੁੰਦੇ ਆ। ਇਹ ਵਾਲੀ ਲਾਈਨ ਨੂੰ x ਐਕਸਿਸ ਇਸ ਲਾਈਨ ਨੂੰ y ਐਕਸਿਸ। ਇੱਥੇ ਆਪਣੇ ਕੋਲ ਪੋਜ਼ਿਟਿਵ ਪੁਆਇੰਟ ਹੁੰਦੇ ਆ ਇੱਥੇ ਵੀ ਪੋਜ਼ਿਟਿਵ ਪੁਆਇੰਟ ਹੁੰਦੇ ਆ y ਵਾਲੇ ਇੱਥੇ ਮਾਈਨਸ ਹੁੰਦੇ ਇਸ ਲਾਈਨ ਦੇ ਵਿੱਚ ਐਂਡ ਨੀਚੇ ਵੀ ਮਾਈਨਸ ਵਾਲੇ ਹੋ ਜਾਂਦੇ। ਸੋ ਇੱਥੇ ਮੈਂ ਤੁਹਾਨੂੰ ਸਿੰਪਲ ਲਿਖ ਕੇ ਦਿਖਾ ਦਿੰਦਾ ਆਪਾਂ ਦੇਖਣੇ ਕਿਵੇਂ ਹੁੰਦੇ ਆ। ਦੇਖੋ ਇਹ ਪਲੱਸ ਐਂਡ ਪਲੱਸ ਇਟ ਮੀਨਸ ਪਲੱਸ ਵਾਲਾ ਕੁਆਡਰੈਂਟ ਹੈ ਇਹ। ਹਮੇਸ਼ਾ ਜੋ ਵੀ ਲਿਖਣਾ ਹੈ x ਦੀ ਵੈਲਿਊ ਪਹਿਲਾਂ ਹੋਊਗੀ ਇੱਥੇ y ਦਾ ਦੇਖਣਾ ਦੂਜਾ। ਇਸ ਕੁਆਡਰੈਂਟ ਵਿੱਚ ਵੀ ਦੇਖੋ x ਦੀ ਵੈਲਿਊ ਕੀ ਹੈ ਮਾਈਨਸ ਵਾਲੀ ਹੈ ਤਾਂ ਪਹਿਲਾਂ ਮਾਈਨਸ ਲਿਖਾਂਗੇ ਫਿਰ ਇੱਥੇ y ਦੀ ਵੈਲਿਊ ਕੀ ਹੈ ਪਲੱਸ ਵਾਲੀ। ਇਟ ਮੀਨਸ ਕੀ ਹੋਇਆ ਕੁਆਡਰੈਂਟ ਮਾਈਨਸ ਪਲੱਸ ਵਾਲਾ ਹੋ ਗਿਆ। ਐਂਡ ਨੀਚੇ ਦੇਖੋ ਇਹ ਮਾਈਨਸ ਵਾਲਾ ਕੁਆਡਰੈਂਟ ਪਹਿਲਾਂ x ਦੀ ਵੈਲਿਊ ਮਾਈਨਸ ਫਿਰ y ਦੀ ਵੈਲਿਊ ਫਿਰ ਮਾਈਨਸ ਵਾਲਾ ਕੁਆਡਰੈਂਟ ਹੈ
तो इस करके इत्थे माइनस माइनस लिखांगे। तो नैक्सट है ते फिर x दी वैल्यू वाला किहड़ा क्वाड्रेंट है, x ते प्लस वाला एंड y दी वैल्यूज आ रही है माइनस दे विच। सो अपने कोल हो गया जी फर्स्ट क्वाड्रेंट, सैकेंड, थर्ड एंड फोर्थ। सो क्वेश्चन सी जी अपने कोल -3,0 ਕਿਹੜੇ ਕੁਆਡਰੈਂਟ 'ਚ ਹੈ? ਤਾਂ ਸਿੰਪਲ ਜੀ ਗੱਲ ਆ, ਤੁਸੀਂ ਦੇਖਣਾ -3,0 ਮੀਨਸ ਕੀ ਹੈ, ਮਾਈਨਸ ਐਂਡ ਪਲੱਸ ਵਾਲਾ ਦੇਖਣਾ। ਤੁਸੀਂ ਮਾਈਨਸ ਪਲੱਸ ਦੇਖੋ ਇਹ ਪਿਆ, ਇਟ ਮੀਨਸ ਕੀ ਆ ਇਹ ਸੈਕਿੰਡ ਕੁਆਡਰੈਂਟ ਦੇ ਵਿੱਚ ਹੈ। ਬਟ ਇੱਥੇ ਆਪਸ਼ਨ ਦੇ ਵਿੱਚ ਦੇਖੋ ਦਿੱਤੇ ਹੋਏ ਤੁਹਾਡੇ ਕੋਲ ਫਸਟ ਕੁਆਡਰੈਂਟ, x ਐਕਸਿਸ ਓਨਲੀ, y ਐਕਸਿਸ ਐਂਡ ਬੋਥ ਐਕਸਿਸ। ਹੁਣ ਇਹਨਾਂ ਆਪਸ਼ਨ ਦੇ ਅਕੋਰਡਿੰਗ ਅਸੀਂ ਕਿੱਥੇ ਦੇਖਣਾ ਹੈ, ਤੇ ਕਿਹੜਾ ਆਨਸਰ ਹੋਏਗਾ? ਆਨਸਰ ਹੋਏਗਾ ਸਾਡੇ ਕੋਲ x ਐਕਸਿਸ ਓਨਲੀ, ਆਪਸ਼ਨ B। x ਐਕਸਿਸ ਕਿਉਂ ਹੋਏਗਾ? ਕਿਉਂਕਿ ਦੇਖੋ ਜਿਹੜਾ -3 ਹੈ ਇਹ x ਤੇ ਆਊਗਾ ਹਮੇਸ਼ਾ, ठीक है जी। ते ये हैगी y ਦੀ ਵੈਲਿਊ 0, ਇਹ ਹੋਗੀ ਇੱਥੇ 0। ਤੇ ਦੋਨੋਂ ਪੁਆਇੰਟ ਕਿੱਥੇ ਆ ਰਹੇ ਨੇ? x ਐਕਸਿਸ। ਨੈਕਸਟ ਹੈ ਜੀ ਆਪਣੇ ਕੋਲ ਕਿਹੜਾ ਸਮੀਕਰਨ x + y = 7 ਦਾ ਹੱਲ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਅ ਸੋਲੂਸ਼ਨ ਆਫ ਇਕੁਏਸ਼ਨ x + y = 7। ਤਾਂ ਸਿੰਪਲ ਹੈ ਜੀ, ਅਸੀਂ ਕੀ ਦੇਖਣਾ ਹੈ, x + y = 7। ਅਸੀਂ ਇੱਥੇ ਐਸੀ ਵੈਲਿਊ ਰੱਖਣੀ ਆ ਕਿ ਸਾਨੂੰ = 7 ਮਿਲ ਜੇ। ਤਾਂ ਦੇਖੋ ਜੇ ਅਸੀਂ ਇੱਥੇ ਫਸਟ ਦੇ ਵਿੱਚ ਅਸੀਂ ਦੇਖ ਲੈਨੇ ਆ 7 + 1 ਰੱਖਾਂਗੇ, ਇੱਧਰ ਕੀ ਬਣ ਜਾਊਗਾ 8, ਇਸ ਸਾਈਡ 7। ਆਪਣਾ ਕੋਲ ਕੀ ਬਣਨਾ ਚਾਹੀਦਾ 7 = 7। ਸੋ ਇਹ ਆਪਸ਼ਨ ਕੀ ਹੋਊਗਾ? ਰੋਂਗ। ਸੋ ਇਸੇ ਤਰੀਕੇ ਨਾਲ ਤੁਸੀਂ ਚੈੱਕ ਕਰੋਗੇ ਤਾਂ ਆਪਣੇ ਕੋਲ ਦੇਖੋ 6 + 1 = 7। ਇਸ ਨੂੰ ਪਲੱਸ ਕਰਕੇ ਵੀ ਦੇਖੋ ਇੱਧਰ 7 ਬਣ ਗਿਆ ਔਰ ਦੂਜੀ ਸਾਈਡ 7 ਹੈਗਾ ਹੀ ਆ, ਦੋਨੋਂ ਇਕੁਅਲ ਹੋ ਗਏ। ਤਾਂ ਇਟ ਮੀਨਸ ਕੀ ਹੋਇਆ, ਸੋਲੂਸ਼ਨ ਕੀ ਹੋਇਆ ਇਸਦਾ? ਆਪਸ਼ਨ ਨੰਬਰ D 6,1। ਸੋ ਇਸ ਤਰੀਕੇ ਨਾਲ ਤੁਸੀਂ ਤੁਹਾਡੇ ਕੋਲ ਕੋਈ ਵੀ ਕੁਐਸਚਨ ਆ ਜਾਏ ਤੁਸੀਂ ਉਸ ਨੂੰ ਚੈੱਕ ਕਰਕੇ ਉਸਦਾ ਆਨਸਰ ਦੇ ਸਕਦੇ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਜੇ ਦੋ ਸਮਾਨਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟੇ ਤਾਂ ਸੰਗਤ ਕੋਣਾਂ ਦੇ ਕਿੰਨੇ ਜੋੜੇ ਬਣਦੇ ਹਨ? ਹਾਊ ਮੈਨੀ ਪੇਅਰਸ ਆਫ ਕੋਰਸਪੋਂਡਿੰਗ ਐਂਗਲਸ ਆਰ ਫਾਰਮਡ ਵੈਨ ਅ ਟ੍ਰਾਂਸਵਰਸਲ ਇੰਟਰਸੈਕਟ ਟੂ ਪੈਰਲਲ ਲਾਈਨ? ਤਾਂ ਆਨਸਰ ਹੈ ਜੀ ਇਸ ਦਾ 4। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਦਿੱਤੇ ਹੋਏ ਚਿੱਤਰ ਵਿੱਚ ਜੇਕਰ A, B ਅਤੇ C ਇੱਕ ਰੇਖਾ ਤੇ ਸਥਿਤ 3 ਬਿੰਦੂ ਹਨ ਅਤੇ B ਬਿੰਦੂਆਂ A ਅਤੇ C ਦੇ ਵਿਚਕਾਰ ਸਥਿਤ ਹੋਵੇ ਤਾਂ in the given figure if A, B and C are the 3 points on a line and B lies between A and C then ਤਾਂ ਕੀ ਹੋਊਗਾ ਜੀ? ਦੇਖੋ ਸਿੰਪਲ ਜੀ ਗੱਲ ਹੈ, A and C ਇਕੁਅਲ ਕੀ ਹੋ ਜਾਊਗਾ ਆਪਣੇ ਕੋਲ AB + BC। A and B ਜਿਹੜੇ ਨੇ ਉਹ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ, ਪਲੱਸ ਹੋ ਕੇ ਇਹਨੂੰ ਕੀ ਬਣਦਾ ਹੁੰਦਾ, ਜਦੋਂ ਦੋਨਾਂ ਨੂੰ ਪਲੱਸ ਕਰਾਂਗੇ AB + BC ਨੂੰ ਤਾਂ ਕੀ ਬਣੂਗਾ ਸਾਡੇ ਕੋਲ AC। ਆਪਸ਼ਨ ਨੰਬਰ ਕੀ ਹੋਏਗਾ ਇੱਥੇ B। ਨੈਕਸਟ ਆ ਜੀ ਆਪਣੇ ਕੋਲ, ਇੱਕ ਬਿੰਦੂ ਦੇ ਦੁਆਲੇ ਬਣੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? The sum of angles around a point is, so answer is 360 degree। ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, ਸਮਾਨਾਂਤਰ ਚਤੁਰਭੁਜ PQR ਵਿੱਚ ਐਂਗਲ P ਦਾ ਮਾਪ 80 ਡਿਗਰੀ ਹੈ ਤਾਂ Q ਦਾ ਮਾਪ ਪਤਾ ਕਰੋ। ਇਨ ਪੈਰਲੇਗ੍ਰਾਮ measure of angle P is 80 degree, find Q। ਤਾਂ ਸਿੰਪਲ ਹੈ ਜੀ, ਕਿਵੇਂ ਕਰਨਾ ਸੀ, ਇੱਥੇ ਇਹਦੇ ਚ 180 ਦੇ ਵਿੱਚੋਂ ਤੁਸੀਂ 80 ਡਿਗਰੀ ਨੂੰ ਮਾਈਨਸ ਕਰ ਦੇਣਾ ਤਾਂ ਆਨਸਰ ਆ ਜਾਏਗਾ ਸਾਡੇ ਕੋਲ 100 ਡਿਗਰੀ। ਸੋ ਆਪਸ਼ਨ ਹੋ ਜਾਏਗਾ ਸਾਡੇ ਕੋਲ B। ਨੈਕਸਟ ਕੁਐਸਚਨ ਆ ਸਾਡੇ ਕੋਲ, which of the following can not be probability of an event? ਆਨਸਰ ਕੀ ਹੋਏਗਾ ਸਾਡੇ ਕੋਲ 0, ਕਿਉਂਕਿ ਇਹ 1 ਤੋਂ ਘੱਟ ਹੈ। ਨੈਕਸਟ, ਚੱਕਰ ਦੀ ਸਭ ਤੋਂ ਵੱਡੀ ਜੀਵਾ ਨੂੰ ਕੀ ਕਹਿੰਦੇ ਹਨ? what is the name of largest chord of a circle? ਦੇਖੋ ਇੱਕ ਸਰਕਲ ਹੈ, ਇਹ ਦੀ ਲਾਰਜੈਸਟ ਕੋਡ ਆ, ਰਾਈਟ ਨੂੰ ਅਸੀਂ ਕੀ ਕਹਿੰਦੇ ਆ? ਡਾਇਆਮੀਟਰ। ਸੋ ਆਨਸਰ ਇਜ਼ ਡਾਇਆਮੀਟਰ। ਨੈਕਸਟ, ਚੱਕਰ ਦੀ ਚਾਪ ਅਤੇ ਅਰਧ ਵਿਆਸ ਵਿਚਕਾਰ ਬਣੇ ਖੇਤਰਫਲ ਨੂੰ ਕੀ ਕਹਿੰਦੇ ਹਨ? ਦਾ ਏਰੀਆ ਮੇਡ ਬਿਟਵੀਨ ਆਰਕ ਐਂਡ ਰੇਡੀਆਈ ਇਜ਼ ਨੋਨ ਐਜ਼। ਤਾਂ ਆਨਸਰ ਹੋਏਗਾ ਸਾਡੇ ਕੋਲ ਸੈਗਮੈਂਟ, ਚੱਕਰ ਖੰਡ। ਨੈਕਸਟ ਕੁਐਸਚਨ ਆ ਸਾਡੇ ਕੋਲ, ਇੱਕ ਤਿਕੋਣਕਾਰ ਪਾਰਕ ਦੀਆਂ ਭੁਜਾਵਾਂ 11 ਮੀਟਰ, 15 ਮੀਟਰ ਅਤੇ 14 ਮੀਟਰ ਹਨ, ਇਸ ਦਾ ਅਰਧ ਪਰਿਮਾਪ ਪਤਾ ਕਰੋ। A triangular park has sides 11 meter, 15 meter and 14 meter, find its semi perimeter। ਸੈਮੀ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ? A + B + C upon 2। ਸੋ ਵੈਲਿਊਜ਼ ਹੈਗੀ ਆਪਣੇ ਕੋਲ 11 + 15 + 14 ਅਪੋਨ ਕਰ ਦੋ 2 ਨੂੰ, ਇਸ ਨੂੰ ਪਲੱਸ ਕਰੋਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 40/2। ਇਸ ਨੂੰ ਕਟਿੰਗ ਕਰੋਗੇ ਤਾਂ ਕੀ ਆਏਗਾ ਸਾਡੇ ਕੋਲ 20। ਸੋ ਆਪਸ਼ਨ ਨੰਬਰ B ਇਜ਼ ਆਨਸਰ ਇਜ਼ 20 ਮੀਟਰ। ਨੈਕਸਟ ਆ ਜੀ ਆਪਣੇ ਕੋਲ, ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ CSA ਆਫ ਸਿਲੰਡਰ, ਸੋ ਆਨਸਰ ਇਜ਼ 2πRH। ਨੈਕਸਟ, ਘਣ ਜਿਸ ਦੀ ਕਿਨਾਰਾ A ਇਕਾਈਆਂ ਹਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ, what will be the LSA area of cube whose edge is a centimeter? So answer is 6a square। next है जी अपने को 5 + √2 5 + 5 - √2। नेक्स्ट है जी अपने को क्वेश्चन नंबर 2 है, फर्स्ट क्वेश्चन है ट्रू और फॉल्स वाले क्वेश्चन है सारे। 5 + √2 5 - √2 इज अ रैशनल नंबर, की एक प्रमेय संख्या है या नहीं? तो इसमें ਅਸੀਂ ਸੋਲਵ ਕਰਕੇ ਦੇਖ ਲਾਂਗੇ। ਦੇਖੋ 5 + √2 5 - √2, ਤੁਹਾਨੂੰ ਇਸ ਤਰੀਕੇ ਦਾ ਕੋਈ ਵੀ ਕੁਐਸਚਨ ਆ ਜੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਥੇ ਫਾਰਮੂਲਾ ਕੀ ਲੱਗੇਗਾ, a + b a - b = ਕੀ ਹੁੰਦਾ ਆਪਣੇ ਕੋਲ a² - b²। ਇਹ ਵੈਲਿਊ ਜਿਹੜੀ ਹੈਗੀ ਆ a ਦੀ ਹੈ
और दूजी वैल्यू हमेशा b दी है। a की जगह ते अपने को 5 का स्क्वायर एंड माइनस √2 का स्क्वायर, 5 5 का 25 माइनस ए स्क्वायर वाला रूट कट जाता हुंदा तो बचा कि अपने को 2। आंसर आ गया माइनस करके 23। इसे इतने कुछ नहीं तो 1 लगा सकते हो, तो डेट इज अ रैशनल नंबर, सो आंसर इज ट्रू। रैशनल नंबर की हुंदा है हमेशा p पॉइंट क्यू दी फॉर्म च हुंदा, बस ऊपर 0 नहीं होनी चाहिए। नेक्स्ट आ जी अपने को फॉर अ पॉइंट सिचुएटेड इन थर्ड क्वाड्रेंट बोथ एप्सिका एंड ऑर्डिनेट आर नेगेटिव। ਤੀਜੀ ਚੌਥਾਈ ਵਿੱਚ ਸਥਿਤ ਕਿਸੇ ਬਿੰਦੂ ਦੇ ਭੁਜ ਅਤੇ ਕੋਟੀ ਦੋਵੇਂ ऋणात्मक ਹੁੰਦੇ ਹਨ। ਦੇਖੋ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਐਪਸਿਕਾ ਨੂੰ ਅਸੀਂ ਕੀ ਕਹਿੰਦੇ ਆ, ਇਹ x ਦੀ ਵੈਲਿਊ ਹੁੰਦੀ ਆ ਐਂਡ ਆਰਡੀਨੇਟ ਜਿਹੜੇ ਹੁੰਦੇ ਆ ਇਹ y ਦੀ ਵੈਲਿਊ ਹੁੰਦੀ ਆ। ਇਟ ਮੀਨਸ ਕੀ ਹੋਇਆ, ਭੁਜ x एंड कोटी y। ਤਾਂ ਦੇਖੋ ਇਸ क्वेश्चन जो ऊपर आया ਸੀਗਾ, ਮੈਂ ਤੁਹਾਨੂੰ ਇੱਥੇ ਟੇਬਲ ਬਣਾ ਕੇ ਦਿਖਾਇਆ ਸੀ। ਤਾਂ ਥਰਡ ਕੁਆਡਰੈਂਟ ਦੇ ਵਿੱਚ ਪੁੱਛ ਰਿਹਾ ਕਿ ਦੋਨੋਂ ਨੈਗੇਟਿਵ ਹੁੰਦੇ ਆ, ਤਾਂ ਦੇਖੋ ਇੱਥੇ ਕੀ ਲਗਾਏ ਹੋਏ ਆ ਅਸੀਂ, ਦੋਨੋਂ ਨੈਗੇਟਿਵ ਹੀ ਲਗਾਏ ਹੋਏ ਨੇ। ਸੋ ਇਟ ਮੀਨਸ ਕੀ ਹੋ ਗਿਆ ਜੀ, ਇਹ ਟਰੂ ਹੋ ਗਿਆ। ਨੈਕਸਟ ਹੈ ਜੀ ਆਪਣੇ ਕੋਲ two circles of the same radii are congruent। ਬਰਾਬਰ ਅਰਧ ਵਿਆਸਾਂ ਵਾਲੇ ਦੋ ਚੱਕਰ ਸਰਬੰਗ ਸਮ ਹੋਣਗੇ, ਬਿਲਕੁਲ ਸਹੀ ਹੈ ਜੀ, ਹੋਣਗੇ। ਨੈਕਸਟ ਆਪਣੇ ਕੋਲ a - b ਦਾ ਹੋਲ ਕਿਊਬ ਦਾ ਫਾਰਮੂਲਾ ਕੀ ਇਹ ਆ, नहीं जी बिल्कुल गलत है, फाल्स है, क्योंकि जेड़ा ए फार्मूला लिखा है ए प्लस बी दा होल क्यू है, प्लस लगूगा ते a - b दा होल क्यू दा फार्मूला की हुंदा है a क्यू माइनस 3a स्क्वायर b माइनस 3ab स्क्वायर माइनस b क्यू। जिथे ते प्लस लग्या उत्थे सारा कुछ की हो जाएगा, माइनस हो जाएगा। नेक्स्ट है जी अपने कोल द सेंटर ऑफ सर्कल लाइज एक्सटीरियर ऑफ द सर्कल। एक चक्कर दा केंद्र चक्कर दे बाहर स्थित हुंदा है, नहीं जी, क्योंकि जेड़ा सर्कल दा देखो सेंटर हमेशा चक्कर दे अंदर हुंदा है, सो दैट इज द फॉल्स। नेक्स्ट हीरो सूत्र अनुसार त्रिभुज दा क्षेत्रफल द एरिया ऑफ ट्रायंगल यूजिंग हीरोइंस फार्मूला। ये फार्मूला बिल्कुल गलत लिखा होया, इस करके फॉल्स हो जाएगा। फार्मूला असल दे विच अपने कोल की हुंदा रूट s माइनस a s माइनस b s माइनस c। ये 1/2 जेड़ा इत्थे नहीं हुंदा। नेक्स्ट वर्ग 10 ते 20 दा वर्ग चिन्ह 15 है। द क्लास मार्क ऑफ द क्लास इंटरवल 10 20 इज 15। बिल्कुल गलत है जी, फॉल्स होएगा इसका आंसर। क्यों होएगा, क्योंकि 10 और 20 ਦੇ ਵਿੱਚ ਅਸੀਂ इंटरवल ਦਾ मतलब ਕੀ ਆ ਕਿ ਗੈਪ ਦੇਖਣਾ ਦੋਨਾਂ ਦੇ ਵਿੱਚ। 10 और 20 ਦੇ ਵਿੱਚ ਦੋਨਾਂ 'ਚ ਕਿੰਨਾ ਗੈਪ ਹੈ, ओनली 10 ਦਾ। ਨੈਕਸਟ ਹੈ ਜੀ ਇੱਕ ਸਮਾਨਾਂਤਰ ਚਤੁਰਭੁਜ ਦਾ ਖੇਤਰਫਲ ਇਸ ਦੇ ਆਧਾਰ ਅਤੇ ਸੰਗਤ ਲੰਬ ਦੇ ਗੁਣਨਫਲ ਦਾ ਅੱਧਾ ਹੁੰਦਾ ਹੈ। ਏਰੀਆ ਆਫ ਪੈਰਲੇਲੋਗ੍ਰਾਮ ਇਜ਼ ਹਾਫ ਦਾ ਪ੍ਰੋਡਕਟ ਆਫ ਇਟਸ ਬੇਸ ਐਂਡ ਕੋਰਸਪੋਂਡਿੰਗ ਅਲਟੀਟਿਊਡ। ਬਿਲਕੁਲ ਟਰੂ ਹੈ ਜੀ। ਨੈਕਸਟ ਹੈ ਜੀ ਆਪਣੇ ਕੋਲ ਕੁਐਸਚਨ ਨੰਬਰ 3 8√15 डिवाइड 2√3। ਤਾਂ ਚਲੋ ਦੇਖੋ 8√15 ਡਿਵਾਈਡ ਦਾ ਮਤਲਬ ਕੀ ਹੈ, ਇਸ ਨੂੰ ਨੀਚੇ ਲਿਖ ਸਕਦੇ ਹਾਂ ਅਸੀਂ √3। ਤਾਂ √3 ਜਿਹੜਾ ਹੈਗਾ ਰੂਟ ਨਾਲ ਹਮੇਸ਼ਾ ਕੱਟਿਆ ਜਾ ਸਕਦਾ ਹੁੰਦਾ, ਜਿਹੜੀ ਰੂਟ 'ਚ ਵੈਲਿਊ ਹੁੰਦੀ ਆ। ਇਹ √3 ਨਾਲ √5 ਕੱਟਿਆ ਜਾਏਗਾ ਤਾਂ 3 1 ਦਾ 3 5 ਦਾ 2 4 ਦਾ, ਇਹ ਰਹੇਗਾ ਆਪਣੇ ਕੋਲ ਰੂਟ ਦੇ ਵਿੱਚ ਹੀ। ਸੋ 4√5 ਆਨਸਰ ਆ ਜਾਏਗਾ ਆਪਣੇ ਕੋਲ 4√5। ਨੈਕਸਟ ਹੈ ਜੀ ਆਪਣੇ ਕੋਲ one of the point on line x is equal to y is। ਤਾਂ ਚਲੋ ਵੀ ਦੇਖੋ x is equal to y ਇਸ ਤਰ੍ਹਾਂ ਅਸੀਂ ਦੇਖਣਾ ਹੋਵੇ ਤਾਂ ਹਮੇਸ਼ਾ ਪੁਆਇੰਟ ਜਿਹੜੇ ਉਹ ਇਕੁਅਲ ਹੋਣੇ ਚਾਹੀਦੇ ਆ ਦੋਨੇ ਪਾਸੇ। 1, 1 is the right answer। ਨੈਕਸਟ ਇੱਕ ਸਮਭੁਜੀ ਤ੍ਰਿਭੁਜ ਦਾ ਹਰੇਕ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ, each angle of a equilateral triangle that is a 60 degree। नेक्स्ट डायगोनल ऑफ ए रेक्टेंगल एंड डैश आर इक्वल टू ईच अदर। ਜਿਹੜੇ डायगोनल रेक्टेंगल ਦੇ ਤੇ ਹੋਰ ਕਿਸ ਦੇ ਇਕੁਅਲ ਹੁੰਦੇ ਨੇ, ਡੈਟ ਇਜ਼ ਅ ਪੈਰਲੇਲੋਗ੍ਰਾਮ ਦੇ ਵੀ ਇਕੁਅਲ ਹੁੰਦੇ ਨੇ ਡਾਇਗੋਨਲ। ਪੰਜਾਬੀ ਚ ਅਸੀਂ ਕੀ ਕਹਿ ਸਕਦੇ ਹਾਂ ਇਸ ਨੂੰ, ਸਮਾਨਾਂਤਰ ਚਤੁਰਭੁਜ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਨੈਕਸਟ ਹੈ ਜੀ ਦ ਹੋਲ ਇਜ਼ ਡੈਸ਼ ਇਟਸ ਪਾਸ। ਆਨਸਰ ਇਜ਼ ਗ੍ਰੇਟਰ ਦੈਨ। ਪੂਰਨ ਭਾਗ ਆਪਣੇ ਤੋਂ ਵੱਡਾ ਹੁੰਦਾ ਹੈ। ਨੈਕਸਟ ਪਹਿਲੀਆਂ 6 ਪੂਰਨ ਸੰਖਿਆਵਾਂ ਦਾ ਮੱਧ ਮਾਨ ਕਿੰਨਾ ਹੋਵੇਗਾ। ਵਟ ਵਿਲ ਬੀ ਦ ਮੀਨ ਆਫ ਫਸਟ 6 ਹੋਲ ਨੰਬਰ। तो पहलियां 6 होल नंबर या पूर्ण संख्यावां किहड़ियां हुंदियां 1 + 2 + 3 + 4 + 5 + 6 अपॉन हुण जिन्ने नंबर हैगे आ 1 2 3 4 5 6 नीचे 6 लगा लो। इन्हां नूं जदों प्लस करोगे तो आंसर की आऊगा अपने कोल, आंसर आ जाएगा अपने कोल 21, नीचे आ जाएगा 6। तो इसनूं कटिंग कर सकते हैं 3 2 ਦਾ 3 7 ਦਾ। अपने कोल की आया 7/2। ਇਸ ਨੂੰ ਫਿਰ ਅਸੀਂ ਡਿਵਾਈਡ ਕਰਾਂਗੇ, 2 ਬਾਹਰ ਰੱਖਾਂਗੇ 7 ਅੰਦਰ, 2 3 ਦਾ 6 1 ਪੁਆਇੰਟ ਇੱਥੇ 0 2 5 ਦਾ 10। ਸੋ ਆਨਸਰ ਕੀ ਆ ਗਿਆ ਆਪਣੇ ਕੋਲ 3.5। ਨੈਕਸਟ ਹੈ ਜੀ ਆਪਣੇ ਕੋਲ ਪ੍ਰੋਬੇਬਿਲਿਟੀ ਆਫ ਅ ਸ਼ੋਰ ਇਵੈਂਟ ਇਜ਼। ਸ਼ੋਰ ਇਵੈਂਟ ਦੀ ਪ੍ਰੋਬੇਬਿਲਿਟੀ ਕੀ ਹੋਊਗੀ, ਆਲਵੇਜ਼ 1। ਨੈਕਸਟ ਇਫ ट्रायंगल ABC कॉन्ग्रुएंट ट्रायंगल EDF देन AC। तो AC इक्वल हो जाएगा DF ਦੇ। ਨੈਕਸਟ ਹੈ ਜੀ ਆਪਣੇ ਕੋਲ ਪਾਰਟ B ਰੈਸ਼ਨਲਾਈਜ਼ ਦਾ ਡਿਨੋਮੀਨੇਟਰ। ਹਰ ਦਾ ਪਰਿਮੇਯਕਰਨ ਕਰੋ। ਜਦੋਂ ਦੇਖੋ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਰੈਸ਼ਨਲਾਈਜ਼ ਕਰਨਾ ਆ ਜਾਂਦਾ
ਤਾਂ ਤੁਸੀਂ ਕੀ ਕਰਨਾ ਹੈ 1/√7 ਮਾਈਨਸ 6 ਇੱਥੇ √6 ਹੈ ਜੋ ਵੀ ਨੀਚੇ ਲਿਖਿਆ ਦੇਖੋ ਜੇ ਇੱਥੇ ਮਾਈਨਸ ਲਿਖਿਆ ਤਾਂ ਤੁਸੀਂ ਉੱਪਰ ਮਲਟੀਪਲਾਈ ਕਰ ਦੋਗੇ ਸੇਮ ਉਹਨਾਂ ਨੂੰ ਹੀ ਪਲੱਸ ਪਾ ਕੇ ਨੀਚੇ ਵੀ ਪਲੱਸ ਪਾ ਦੇਣਾ ਜੇ ਇੱਥੇ ਦੇਖੋ ਨੀਚੇ ਤੁਹਾਡੇ ਕੋਲ ਪਲੱਸ ਦੇ ਵਿੱਚ ਲਿਖਿਆ ਹੁੰਦਾ √7 ਪਲੱਸ √6 ਤਾਂ ਤੁਸੀਂ ਮਲਟੀਪਲਾਈ ਕੀ ਕਰਨਾ ਸੀਗਾ √7 ਮਾਈਨਸ √6 ਫਿਰ ਤੁਸੀਂ ਮਾਈਨਸ ਲਗਾ ਦੇਣਾ ਸੀਗਾ ਉੱਪਰ ਨਹੀਂ ਤਾਂ ਇਸ ਨੂੰ ਸੋਲਵ ਕਰਾਂਗੇ ਦੇਖੋ 1 ਨੂੰ ਮਲਟੀਪਲਾਈ ਕਰਾਂਗੇ ਜਦੋਂ √7 ਪਲੱਸ √6 ਨਾਲ ਤਾਂ ਆਨਸਰ ਆ ਜਾਏਗਾ ਆਪਣੇ ਕੋਲ √7 ਪਲੱਸ √6 1 ਨੂੰ ਜਿਹਦੇ ਨਾਲ ਮਰਜ਼ੀ ਮਲਟੀਪਲਾਈ ਕਰੋ ਆਨਸਰ ਉਹੀ ਆਏਗਾ ਸੋ ਨੀਚੇ ਕੀ ਹੈ ਦੇਖੋ a ਮਾਈਨਸ b ਐਂਡ a ਪਲੱਸ b ਦਾ ਫਾਰਮੂਲਾ ਲੱਗ ਜਾਏਗਾ is equal to ਕੀ ਹੁੰਦਾ a square minus b square तो that means ਕੀ ਹੋਇਆ ਕਿ √7 ਦਾ ਸਕੁਅਰ ਮਾਈਨਸ √6 ਦਾ ਸਕੁਅਰ ਉੱਪਰ ਸੇਮ √7 ਪਲੱਸ √6 ਨੀਚੇ a ਸਕੁਅਰ ਨਾਲ ਰੂਟ ਕੱਟਿਆ ਗਿਆ a ਸਕੁਅਰ ਨਾਲ a ਰੂਟ ਕੱਟਿਆ ਗਿਆ ਨੀਚੇ ਬਚਿਆ 7 ਮਾਈਨਸ 6 ਸੋ 7 ਮਾਈਨਸ 6 ਹੁੰਦਾ 1 ਸੋ ਆਨਸਰ ਆ ਜਾਏਗਾ ਸਾਡੇ ਕੋਲ √7 ਪਲੱਸ √6 upon 1 ਸੋ that is the final answer ਜੇ ਤੁਹਾਨੂੰ ਕੋਈ ਸਿੰਪਲ ਵੀ ਕੋਈ ਆ ਜਾਂਦਾ ਜਿਵੇਂ 1 upon √7 ਇਸ ਨੂੰ ਰੈਸ਼ਨਲਾਈਜ਼ ਕਰਨਾ ਹੈ ਤਾਂ ਤੁਸੀਂ ਕੀ ਕਰਨਾ ਮਲਟੀਪਲਾਈ ਨੀਚੇ ਜੋ ਪਾਇਆ √7 ਇਹਨੂੰ ਉੱਪਰ ਔਰ ਨੀਚੇ ਸੇਮ ਮਲਟੀਪਲਾਈ ਕਰ ਦੇਣਾ ਉੱਪਰ ਮਲਟੀਪਲਾਈ ਕਰੋਗੇ √7 ਨੀਚੇ ਕੀ ਹੋਊਗਾ ਜਦੋਂ ਦੇਖੋ ਡਿਜਿਟ ਜਿਹੜੇ ਨੇ ਸੇਮ ਹੋਣ ਔਰ ਦੋਨਾਂ ਉੱਪਰ ਰੂਟ ਹੋਵੇ ਔਰ ਵਿੱਚ ਮਲਟੀਪਲਾਈ ਹੋਵੇ ਤਾਂ ਦੋਨਾਂ ਦੇ ਰੂਟ ਜਿਹੜੇ ਨੇ ਖਤਮ ਹੋ ਜਾਂਦੇ ਨੇ ਤੇ ਆਨਸਰ ਸਾਡੇ ਕੋਲ 7 ਹੀ ਆ ਜਾਏਗਾ ਨੈਕਸਟ ਆ ਜੀ ਆਪਣੇ ਕੋਲ ਇਨ ਵਿਚ ਕੁਆਡਰੈਂਟ ਔਰ ਔਨ ਵਿਚ ਐਕਸਿਸ ਡੂ ਈਚ ਆਫ ਦਾ ਫੋਲੋਇੰਗ ਪੁਆਇੰਟਸ ਲਾਈ ਅਸੀਂ ਇਹ ਦੇਖਣਾ ਹੈ ਕਿ ਇਹ ਪੁਆਇੰਟ ਜਿਹੜੇ ਆ ਕਿਹੜੇ ਕੁਆਡਰੈਂਟ ਦੇ ਵਿੱਚ ਨੇ ਤਾਂ ਸਿੰਪਲ ਆ ਜੀ ਦੇਖੋ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਸਮਝਾਇਆ ਸੀਗਾ ਕਿ ਕੁਆਡਰੈਂਟ ਬਣਾਓ ਇਹ ਲਾਈਨ ਜਿਹੜਾ ਇਹ ਕੁਆਡਰੈਂਟ ਹੈ ਇਹ ਸਾਡੇ ਕੋਲ ਫਸਟ ਕੁਆਡਰੈਂਟ ਹੈ ਇਹ ਕੀ ਹੁੰਦਾ ਆਪਣੇ ਕੋਲ ਪਲੱਸ ਪਲੱਸ ਵਾਲਾ ਸੈਕਿੰਡ ਹੁੰਦਾ ਸਾਡੇ ਕੋਲ ਮਾਈਨਸ ਪਲੱਸ ਵਾਲਾ ਥਰਡ ਹੁੰਦਾ ਸਾਡੇ ਕੋਲ ਮਾਈਨਸ ਮਾਈਨਸ ਵਾਲਾ ਐਂਡ ਫੋਰਥ ਹੁੰਦਾ ਸਾਡੇ ਕੋਲ ਪਲੱਸ ਮਾਈਨਸ ਵਾਲਾ ਸੋ ਇਸੇ ਤਰੀਕੇ ਨਾਲ ਇਹਦਾ ਆਨਸਰ ਦੇਈ ਜਾਵਾਂਗੇ ਦੇਖੋ ਇੱਥੇ ਕੀ x ਦੀ ਵੈਲਿਊ ਪਹਿਲਾਂ ਪਲੱਸ ਹੈ ਫਿਰ ਮਾਈਨਸ ਹੈ ਸੋ ਇਸ ਕੁਆਡ ਦੇ ਵਿੱਚ ਦੇਖਾਂਗੇ ਕਿੱਥੇ ਪਲੱਸ ਮਾਈਨਸ ਹੈ ਸੌਰੀ ਕਿੱਥੇ ਮਾਈਨਸ ਐਂਡ ਪਲੱਸ ਹੈ ਤਾਂ ਕੀ ਹੈਗਾ ਸੈਕਿੰਡ ਦੇ ਵਿੱਚ ਸੋ ਦੈਟ ਇਜ਼ ਦਾ ਸੈਕਿੰਡ ਕੁਆਡਰੈਂਟ ਫਿਰ ਨੈਕਸਟ ਦੇ ਵਿੱਚ ਆ ਗਿਆ ਆਪਾਂ ਪਲੱਸ ਮਾਈਨਸ ਕਿੱਥੇ ਹੈ ਫੋਰਥ ਕੁਆਡਰੈਂਟ ਦੇ ਵਿੱਚ so that is the fourth next ਆ ਗਿਆ ਆਪਣੇ ਕੋਲ ਮਾਈਨਸ ਫਿਰ ਪਲੱਸ so that is the second quadrant next ਆ ਗਿਆ ਆਪਣੇ ਕੋਲ ਪਲੱਸ ਪਲੱਸ ਵਾਲੇ so that is the first quadrant next question ਆਪਣੇ ਕੋਲ ਸਮੀਕਰਨ 2x y 7 ਦੇ ਕੋਈ ਦੋ ਹੱਲ ਪਤਾ ਕਰੋ find any two solution of the equation 2x y 7 so simple ਹੈ ਜੀ ਦੇਖੋ ਕੀ ਕਰਨਾ ਸੀ 2x y 7 ਸੋ ਪਹਿਲਾਂ ਅਸੀਂ ਕਰ ਲਾਂਗੇ let x 0 ਜਿੱਥੇ ਵੀ x ਆ ਉੱਥੇ ਵੈਲਿਊ ਪਾ ਦਾਂਗੇ 0 ਬਾਕੀ ਸਾਰਾ ਕੁਝ ਸੇਮ ਰੱਖਣਾ ਹੈ ਐਜ਼ ਇਟ ਇਜ਼ ਜਿਸ ਨਾਲ ਇਕੁਏਸ਼ਨ ਲਿਖੀ ਹੋਈ ਆ ਸੋ 20 ਦਾ 0 y 7 ਇਸ ਨੂੰ ਮੈਂਸ਼ਨ ਕਰਨ ਲਈ ਤੁਸੀਂ ਸਾਈਡ ਤੇ ਇੱਕ ਬਾਕਸ ਬਣਾਓਗੇ ਇਸ ਤਰੀਕੇ ਦਾ ਔਰ ਇੱਥੇ ਸੈਂਟਰ 'ਚ ਲਾਈਨ ਮਾਰੋਗੇ ਔਰ ਇੱਕ ਇਸ ਤਰੀਕੇ ਨਾਲ ਦੋ ਲਾਈਨਾਂ ਇੱਥੇ ਮਾਰੋਗੇ x ਐਂਡ y ਇਹ ਕਾਲਮ ਬਣਾਓਗੇ ਔਰ x ਦੀ ਅਸੀਂ ਵੈਲਿਊ ਪਹਿਲਾਂ ਕੀ ਸਿਲੈਕਟ ਕੀਤੀ ਸੀ 0 ਇੱਥੇ 0 ਪੁੱਟ ਕਰੋਗੇ y ਦੀ ਵੈਲਿਊ ਆ ਗਈ ਸਾਡੇ ਕੋਲ 7 ਇੱਥੇ 7 ਲਿਖ ਦੋਗੇ ਫਿਰ ਨੈਕਸਟ ਅਸੀਂ ਕਰਾਂਗੇ let x 1 ਹੁਣ 2x y 7 ਇੱਥੇ ਕੀ ਕਰਾਂਗੇ ਅਸੀਂ x ਦੀ ਜਗ੍ਹਾ ਤੇ 1 ਪੁੱਟ ਕਰਾਂਗੇ plus y 7 2 1 ਦਾ 2 plus y 7 ਫਿਰ ਨੈਕਸਟ y ਇੱਥੇ ਰਹੇਗਾ ਆ ਵੈਲਿਊ ਜਿਹੜੀ ਆ ਦੂਜੀ ਸਾਈਡ ਜਾਏਗੀ ਤਾਂ ਕੀ ਹੋ ਜਾਏਗੀ 7 2 7 ਆਪਣੀ ਜਗ੍ਹਾ ਤੇ ਰੱਖਣਾ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ y 5 ਸੋ ਆਪਣੇ ਵੈਲਿਊ ਕੀ ਆ ਗਈ ਦੇਖੋ x ਦੀ ਜਗ੍ਹਾ ਤੇ ਕੀ ਕੀਤਾ ਸੀ 1 ਪੁੱਟ ਕੀਤਾ ਸੀ ਐਂਡ y ਦੀ ਵੈਲਿਊ ਆ ਗਈ ਸਾਡੇ ਕੋਲ 5 ਸੋ ਇਹ ਸਾਡੇ ਕੋਲ ਕੀ ਹੋ ਗਏ ਦੋ ਸੋਲੂਸ਼ਨ ਆ ਗਏ ਆਪਣੇ ਕੋਲ ਨੈਕਸਟ ਹੈ ਜੀ ਆਪਣੇ ਕੋਲ ਲਾਈਨਸ xy ਐਂਡ mn ਇੰਟਰਸੈਕਟ ਐਟ o ਇਫ ਐਂਗਲ POY 90 degree and a ratio b 2:3 find c ਕਹਿੰਦੇ ਜੇ ਰੇਖਾਵਾਂ xy ਅਤੇ mn ਬਿੰਦੂ o ਤੇ ਕੱਟਦੀਆਂ ਹਨ ਤਾਂ ਜੇਕਰ ਐਂਗਲ POY 90 degree ਅਤੇ a ratio b यानी दोनों का अनुपात 2:3 ਹੋਵੇ ਤਾਂ c ਪਤਾ ਕਰੋ ਤਾਂ ਸਿੰਪਲ ਹੈ ਤੁਸੀਂ ਪਹਿਲਾਂ ਕਿਵੇਂ ਸਟਾਰਟ ਕਰਨਾ ਹੈ ਕਾਮਨ ਰੇਸ਼ੋ ਲੈਟ ਕਾਮਨ ਰੇਸ਼ੋ x देयरफॉर ਤੁਸੀਂ ਦੋਨਾਂ ਜਿਹੜੀ ਰੇਸ਼ੋ ਵਾਲੇ ਹੁੰਦੇ ਆ ਨਾ ਦੋਨਾਂ ਨਾਲ ਹਮੇਸ਼ਾ ਲਗਾ ਦੇਣਾ 2x ਐਂਡ 3x ਇਹ a ਦੀ ਵੈਲਿਊ ਆ ਇਹ b ਦੀ ਵੈਲਿਊ ਹੈ ਸੋ ਨੈਕਸਟ ਅੱਗੇ ਅਸੀਂ ਲਿਖਾਂਗੇ ਔਨ ਲਾਈਨ x y देखो x एंड y ਦੀ ਇੱਕ ਲਾਈਨ ਹੈ ਇਹਦੇ ਉੱਪਰ ਕਿੰਨੇ ਐਂਗਲ ਬਣਦੇ ਆ ਦੇਖੋ ਇੱਕ ਤਾਂ ਐਂਗਲ b ਪਲੱਸ ਐਂਗਲ a ਪਲੱਸ ਹੋਰ ਕੀ ਬਣਨਾ ਸਾਡੇ ਕੋਲ ਦੇਖੋ POY ਐਂਗਲ POY ਇਜ਼ ਇਕੁਅਲ ਟੂ ਜਦੋਂ ਵੀ ਦੇਖੋ ਇੱਕ ਲਾਈਨ ਦੇ ਉੱਪਰ ਜਿੰਨੇ ਮਰਜ਼ੀ ਐਂਗਲ ਬਣਦੇ ਹੋਣ ਤਾਂ ਉਹਨਾਂ ਦਾ ਜਿਹੜਾ ਸਮ ਹੁੰਦਾ ਉਹ ਕਿੰਨੇ ਡਿਗਰੀ ਦਾ ਹੁੰਦਾ 180 ਡਿਗਰੀ ਸੋ ਇਹ ਕੀ ਆ ਇਸ ਦੀ ਨਿਸ਼ਾਨੀ ਕੀ ਹੈ ਚੌਰਸ ਬਾਕਸ ਦੀ ਦੈਟ ਇਜ਼ ਦਾ 90 ਡਿਗਰੀ ਸੋ ਐਂਗਲ B ਦੀ ਵੈਲਿਊ ਕੀ ਆ ਆਪਣੇ ਕੋਲ 3x A ਦੀ ਵੈਲਿਊ ਸੀਗੀ 2x ਪਲੱਸ POY ਦੀ 90 ਡਿਗਰੀ ਇਜ਼ ਇਕੁਅਲ ਟੂ 180 ਡਿਗਰੀ 3x plus 2x 5x plus 90 is equal to 180
सो 5x अपनी जगह ते 180 अपनी जगह ते 90 जाएगा दूजी साइड माइनस हो जाएगा 5x इज इक्वल टू माइनस करके आऊगा अपने को 90 डिग्री x इज इक्वल टू 90/5 कटिंग करके आएगा अपने को 18 डिग्री x इज इक्वल टू 18। सो इसे x की वैल्यू ਨੂੰ ਅਸੀਂ ਪੁੱਟ ਕਰਾਂਗੇ ਪਹਿਲਾਂ एंगल B इज इक्वल टू 3x एंगल A इसे वैल्यू ਨੂੰ ਅਸੀਂ ਪੁੱਟ ਕਰਾਂਗੇ ਪਹਿਲਾਂ एंगल A इज इक्वल टू 2x 2 ਪਾ ਕੇ x ਦੀ ਵੈल्यू ਜਿਹੜੀ ਆ ਉਹ ਮਲਟੀਪਲਾਈ ਦੇ ਵਿੱਚ ਪਾਵਾਂਗੇ 18। ਤੁਸੀਂ ਇਸ ਤਰੀਕੇ ਨਾਲ ਬ੍ਰੈਕਟ ਵੀ ਪਾ ਸਕਦੇ ਹੋ, ਦੋਨਾਂ ਦਾ ਮਤਲਬ ਇੱਕੋ ਹੀ ਹੈ। ਆਨਸਰ ਆ ਜਾਏਗਾ ਆਪਣੇ ਕੋਲ ਮਲਟੀਪਲਾਈ ਕਰਕੇ 36 डिग्री ਤੁਸੀਂ ਜ਼ਰੂਰ ਮੈਂਸ਼ਨ ਕਰਨਾ ਕਿਉਂਕਿ ਉਸਨੇ ਸਾਨੂੰ एंगल पूछे ने। सो नेक्स्ट अपने को एंगल B इज इक्वल टू 3x तो 3 मल्टीप्लाई 18 आंसर आ जाएगा अपने को 54 डिग्री। नेक्स्ट क्वेश्चन अपने को इन ट्रायंगल ABC द बाइसेक्टर AD ऑफ एंगल A is perpendicular to side BC show that AB equal AC कहना ट्रायंगल ABC ਦੇ ਵਿੱਚ एंगल A ਦਾ ਸਮਦੁਭਾਜਕ AD ਹੈ ਸਮਦੁਭਾਜਕ कहना एंगल ABC ਦੇ ਵਿੱਚ एंगल A ਦਾ ਸਮਦੁਭਾਜਕ AD ਹੈ ਭੁਜਾ BC ਤੇ ਲੰਬ ਹੈ कहना ट्रायंगल ABC ਦੇ ਵਿੱਚ एंगल A ਦਾ ਸਮਦੁਭਾਜਕ AD ਭੁਜਾ BC ਤੇ ਲੰਬ है सिद्ध करो कि AB बराबर AC होएगा। सो पहला गिवन च की है अपने को जी AD इज बाइसेक्टर एंगल A। ਹੁਣ ਜਦੋਂ ਦੇਖੋ A ਐਂਡ D ਜਿਹੜੀ ਬਾਈਸੈਕਟ ਹੋ ਰਹੀ ਆ ਇਸ ਐਂਗਲ A ਦੇ ਵਿੱਚੋਂ ਬਾਈਸੈਕਟ ਹੋ ਰਹੀ ਆ ਤਾਂ ਇਹਦਾ ਮਤਲਬ ਕੀ ਹੋਇਆ ਐਂਗਲ BAD ਇਹ ਇਕੁਅਲ ਹੋ ਜਾਣਗੇ ਦੋਨੋਂ ਐਂਗਲ CAD। ਇਸ ਨੂੰ ਅਸੀਂ ਇਕੁਏਸ਼ਨ ਬਣਾ ਲਾਂਗੇ 1। ਫਿਰ ਕਿ ਆਪਣੇ ਕੋਲ ਕੁਐਸਚਨ ਦੱਸਿਆ ਸੀ ਉਹਨੇ ਕਿ ਐਂਗਲ AD ਜਿਹੜਾ ਹੈਗਾ ਉਹ ਕੀ ਹੈ परपेंडिकुलर है। सो परपेंडिकुलर का मतलब की होया कि देखो दोनों पासे निशान भी बने हुए ने कि दोनों ये एंगल जड़े ने 90 डिग्री दे। सो देयरफॉर एंगल ADB इक्वल एंगल ADC इक्वल 90 डिग्री। इस नु बना लांगे सेकंड इक्वेशन। टू प्रूव ਅਸੀਂ ਕੀ ਕਰਨਾ है AB इक्वल AC। इट मींस ਕੀ ਹੋਇਆ ਜਦੋਂ ਦੋ ਸਾਈਡਾਂ ਕਿਸੇ ट्रायंगल ਦੀਆਂ ਬਰਾਬਰ ਇਕੁਅਲ ਪ੍ਰੂਫ ਕਰਨੀਆਂ ਹੋਣ ਤਾਂ ਉਹਦਾ ਮਤਲਬ ਕੀ ਹੁੰਦਾ कि आइसोसेल ट्रायंगल। सो नेक्स्ट ਅਸੀਂ प्रूफ ਦੇ ਵਿੱਚ ਸਟਾਰਟ ਕਰਾਂਗੇ इन ट्रायंगल ABD एंड ट्रायंगल ACD एंगल BAD इक्वल एंगल CAD। ਇਹ ਕਿੱਥੋਂ ਲਿਆ ਜੀ ਅਸੀਂ from 1 ਚੋਂ AD एंड AD ਇਹ ਕੀ ਨੇ ਜੀ ਆਪਣੇ ਕੋਲ ਕਾਮਨ एंगल ADB इक्वल एंगल ADC ਇਹ ਲਿਆ ਜੀ ਅਸੀਂ from two equations। So therefore triangle ABD congruent triangle ACD by ASA angle side angle। So AB equal BC by CPCT। So that is a proof। Next है जी अपने को चतुर्भुज ਦੇ ਕੋਣ 3:5 9:11 ਦੇ ਅਨੁਪਾਤ ਵਿੱਚ ਹਨ। ਚਤੁਰਭੁਜ ਦੇ ਸਾਰੇ ਕੋਣ ਪਤਾ ਕਰੋ। The angle of a quadrilateral are in the ratio 1:2:3:4। ਇੱਥੇ ਇਹਨਾਂ ਨੇ ਗਲਤ ਫਿਗਰ ਦਿੱਤੀ ਹੋਈ ਆ ਜਿਹੜੀ original ਫਿਗਰ ਆ that is ਇਹ ਵਾਲੀ ਆ and find all the angle of a quadrilateral। ਰੇਸ਼ੋ ਵਾਲਾ ਹਮੇਸ਼ਾ ਤੁਸੀਂ ਕੀ ਕਰਨਾ ਹੈ x ਦੇ ਵਿੱਚ ਹੀ ਲੈਣਾ ਜਿਵੇਂ let the 4 angles B is equal to 3x ਸਾਰਿਆਂ ਨਾਲ x ਲਗਾ ਦੇਣਾ ਕੋਮਾ ਪਾ ਕੇ 5x 9x and 13x angle A plus angle B plus angle C plus angle D is equal to 360 डिग्री। 360 डिग्री क्यों आ क्योंकि यह क्वाड्रिलेटर हुंदा तो क्वाड्रिलेटर ਦਾ ਐਂਗਲ ਦਾ ਪਲੱਸ ਜਿਹੜਾ ਹੁੰਦਾ ਹਮੇਸ਼ਾ 360 ਦੇ ਇਕੁਅਲ ਹੁੰਦਾ। ਸੋ 3x plus 5x plus 9x plus 13x is equal to 360 डिग्री। ਇਹਨਾਂ ਨੂੰ ਪਲੱਸ ਕਰਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 30x is equal to 360 डिग्री। x is equal to 360/30 0 ਨਾਲ 0 ਕੱਟ ਜਾਏਗੀ 3 ਨਾਲ 36 ਕੱਟਾਂਗੇ ਤਾਂ ਆਨਸਰ ਆ ਜਾਏਗਾ ਸਾਡੇ ਕੋਲ 12 x is equal to 12। ਹੁਣ ਇਹਨਾਂ ਦੇ ਐਂਗਲ ਕੱਢਣ ਲਈ ਅਸੀਂ ਕੀ ਕਰਾਂਗੇ ਐਂਗਲ A ਅਸੀਂ ਕੀ ਕੀਤਾ ਸੀਗਾ 3x तो इट मींस की होया कि 3 मल्टीप्लाई x की वैल्यू आई अपने को 12 तो मल्टीप्लाई करके आंसर आ गया अपने को 36 डिग्री। इसी तरीके नाल एंगल B 5x इज इक्वल टू 5 मल्टीप्लाई 12 60 डिग्री। एंगल C इज इक्वल टू 9x इज इक्वल टू 9 मल्टीप्लाई 12 इज इक्वल टू 108 डिग्री। एंगल D इज इक्वल टू 13x इज इक्वल टू 13 मल्टीप्लाई 12 इज इक्वल टू 150 डिग्री। ये सारे दे असी एंगल ਜਿਹੜੇ ਆ फाइंड आउट कर ले इस तरीके ਦੇ। ਨੈਕਸਟ ਆਪਣੇ ਕੋਲ ਕਣਕ ਦੇ ਆਟੇ ਦੀਆਂ 11 ਥੈਲੀਆਂ ਜਿਨ੍ਹਾਂ ਉਤੇ 5 ਕਿਲੋ ਅੰਕਿਤ ਹੈ। ਅਸਲ ਵਿੱਚ ਆਟੇ ਦਾ ਹੇਠਾਂ ਦਿੱਤੇ ਅਨੁਸਾਰ ਭਾਰ ਕਿਲੋ ਦੇ ਵਿੱਚ
ਅਚਾਨਕ ਚੁਣੀ ਗਈ ਥੈਲੀ ਵਿੱਚ 5 ਕਿਲੋ ਦਾ ਵੱਧ ਆਟਾ ਹੋਣ ਦੀ ਸੰਭਾਵਨਾ ਕੀ ਹੈ? 11 bags of wheat flour each marked 5 kilogram actually contain the following weights of flour. Find the probability that any of these bags chosen at random contains more than 5 kilogram flour. ਤੁਸੀਂ probability ਕੱਢਣੀ ਹੈ ਜਿਹੜੀ 5 ਕਿਲੋਗ੍ਰਾਮ ਤੋਂ ਜਿਹੜੇ ਜ਼ਿਆਦਾ ਨੇ। ਸੋ ਦੇਖੋ ਜੀ ਅਸੀਂ ਲਿਖਾਂਗੇ ਪਹਿਲਾਂ total bag is equal to 11, ਕੁੱਲ bag 11 more than 5 ਕਿਲੋਗ੍ਰਾਮ is equal to 7, ਜਿਹੜੇ 5 ਕਿਲੋਗ੍ਰਾਮ ਤੋਂ ਵੱਧ ਨੇ ਦੇਖੋ ਕਿੰਨੇ ਨੇ ਜੀ ਉਹ 7 ਨੇ। ਜਿਵੇਂ ਅਸੀਂ ਫਿਰ ਦੁਬਾਰਾ ਗਿਣ ਲੈਂਦੇ ਆ 1 2 3 4 5 6 ਐਂਡ 7। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ more than 5 ਦੀ ਗੱਲ ਕਰੂਗਾ ਜਾਂ ਕੋਈ ਵੀ ਡਿਜਿਟ ਦੀ ਗੱਲ ਕਰੂਗਾ, ਜਿਵੇਂ ਐਗਜ਼ਾਮਪਲ ਲੈਣੇ ਇੱਥੇ more than 5 ਕਿਹਾ ਤਾਂ ਤੁਸੀਂ ਇਹ 5 ਵਿੱਚ ਨਹੀਂ ਲੈਣਾ, ਇਹ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ। 5 ਤੋਂ ਚਾਹੇ 0.01 ਇੱਕ ਪੁਆਇੰਟ ਵੱਧ ਹੋਵੇ ਤੁਸੀਂ ਉਹ ਲੈ ਸਕਦੇ ਹੋ, ਪਰ ਪੂਰਾ ਐਗਜ਼ੈਕਟ 5 ਤੁਸੀਂ ਨਹੀਂ ਲੈਣਾ। ਸੋ ਇਹ ਹੋ ਗਿਆ ਜੀ ਆਪਣੇ ਕੋਲ 7 ਬੈਗਸ ਆ ਗਏ ਆਪਣੇ ਕੋਲ 5 ਕਿਲੋਗ੍ਰਾਮ ਤੋਂ ਜ਼ਿਆਦਾ। ਸੋ ਇਹਦੀ ਕੀ ਕੱਢਣੀ ਹੈ ਅਸੀਂ ਪ੍ਰੋਬੇਬਿਲਿਟੀ, ਤਾਂ ਜਿਸ ਦੀ ਕੱਢਣੀ ਹੈ ਉੱਪਰ 7 ਟੋਟਲ ਹਮੇਸ਼ਾ ਨੀਚੇ। तो इसमें डिवाइड करोगे तो आंसर आ जाएगा अपने को 0.63, दैट इज द आंसर। नेक्स्ट है जी अपने को नेक्स्ट दिते चक्कर विच जेकर एंगल ABC 75 डिग्री एंगल ACB 30 डिग्री तो BDC पता करो। इन द गिवन सर्कल इफ एंगल ABC 75 डिग्री ACB 30 डिग्री फाइंड BDC। तो ਅਸੀਂ ਲਿਖਾਂਗੇ ਜੀ ਪਹਿਲਾਂ एंगल A। ਸੋ ਸਟਾਰਟ ਕਰਾਂ ਜੀ एंगल ABC प्लस एंगल BAC प्लस एंगल ACB इज इक्वल टू 180 डिग्री एंगल सम प्रॉपर्टी। तीनों एंगल ਦਾ ਸਮ ਜਿਹੜਾ 180 डिग्री ਦਾ ਹੁੰਦਾ। ਸੋ ABC ਦੀ ਵੈਲਿਊ ਹੈਗੀ ਸਾਡੇ ਕੋਲ 75 डिग्री प्लस BAC ਸਾਨੂੰ ਪਤਾ ਨਹੀਂ प्लस ACB ਦੀ ਵੈਲਿਊ ਆ ਗਈ ਸਾਡੇ ਕੋਲ 30 डिग्री इज इक्वल टू 180 डिग्री। दोनों ਨੂੰ प्लस करांगे तो आंसर आऊगा अपने को 105 प्लस एंगल BAC इज इक्वल टू 180 डिग्री एंगल BAC इज इक्वल टू 180 डिग्री। 105 ਨੂੰ ਅਸੀਂ ਦੂਜੀ ਸਾਈਡ ਲੈ ਕੇ ਜਾਵਾਂਗੇ ਮਾਈਨਸ ਹੋ ਜਾਏਗਾ। ਸੋ ਆਨਸਰ ਆ ਜਾਏਗਾ ਸਾਡੇ ਕੋਲ BAC ਦਾ 75 डिग्री। ਸੋ ਇੱਥੇ ਅਸੀਂ ਪਿਕਚਰ 'ਚ ਦੇਖ ਲੈਂਦੇ ਹਾਂ, ਦੇਖੋ ਇਹ ਆ ਗਿਆ ਆਪਣੇ ਕੋਲ 75 डिग्री। ਜਦੋਂ ਵੀ ਦੇਖੋ ਕੋਈ ਸਰਕਲ ਦੇ ਉੱਪਰ ਦੋ ਪੁਆਇੰਟ ਇੱਕੋ ਸੈਗਮੈਂਟ ਤੇ ਟੱਚ ਕਰਦੇ ਹੋਣ ਕੋਈ ਦੋ ਟ੍ਰਾਇੰਗਲ, ਤਾਂ ਜੇ ਇਹ ਇੱਕ ਜਿਹੜਾ ਸਾਡੇ ਕੋਲ 75 ਜਾਂ ਕੁਝ ਵੀ ਲਾ ਲਓ ਇੱਥੇ 75 डिग्री ਦਾ ਆਇਆ ਤਾਂ ਦੂਜਾ ਵੀ ਸਾਡੇ ਕੋਲ 75 डिग्री ਦਾ ਹੀ ਹੋ ਜਾਏਗਾ। ਸੋ देयरफॉर एंगल BDC ਇਹ ਵੀ ਸਾਡੇ ਕੋਲ 75 डिग्री ਦਾ ਹੀ ਹੋ ਜਾਏਗਾ। ਨੈਕਸਟ ਹੈ ਜੀ ਆਪਣੇ ਕੋਲ ਪਾਰਟ C। ਬਹੁਪਦ x ਦੀ ਪਾਵਰ 3x ਸਕੁਅਰ plus 3x plus 1 ਨੂੰ x plus 1 ਨਾਲ ਭਾਗ ਦੇਣ ਤੇ ਪ੍ਰਾਪਤ ਬਾਕੀ ਲੱਭੋ। ਇਸ ਨੂੰ ਅਸੀਂ ਡਿਵਾਈਡ ਕਰਨਾ ਹੈ। ਦੇਖੋ ਕੋਈ ਸਟੂਡੈਂਟ ਡਿਵਾਈਡ ਕਰਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ। ਦੇਖੋ ਡਿਵਾਈਡ ਕਰਨਾ ਬਹੁਤ ਹੀ ਸਿੰਪਲ ਆ। ਸਭ ਤੋਂ ਪਹਿਲਾ ਸਟੈਪ ਕੀ ਆ ਆਪਣੇ ਕੋਲ ਕਿ x ਦੇ ਟੇਬਲ ਤੇ ਅਸੀਂ ਦੇਖਣਾ ਕਿ x ਕਿਊਬ ਕਿੱਥੇ ਆਉਂਦਾ। ਇਟ ਮੀਨਸ ਕੀ ਹੈ ਕਿ x ਨੂੰ ਅਸੀਂ ਮਲਟੀਪਲਾਈ ਕਿਸ ਦੇ ਨਾਲ ਕਰੀਏ ਕਿ ਸਾਡੇ ਕੋਲ ਆਨਸਰ x ਕਿਊ ਆ ਜਾਏ। ਤਾਂ ਦੈਟ ਮੀਨਸ ਕੀ ਅਸੀਂ ਇੱਥੇ ਲਿਖਾਂਗੇ x ਸਕੁਅਰ। ਫਿਰ ਇੱਥੇ ਆਨਸਰ ਦੇ ਵਿੱਚ ਆਊਗਾ x ਸਕੁਅਰ ਨੀਚੇ x ਕਿਊਬ, ਫਿਰ ਇੱਥੇ ਲਾਈਨ ਮਾਰਨੀ ਹੈ। ਫਿਰ ਅੱਗੇ ਨੈਕਸਟ ਸਟੈਪ ਕੀ ਆਪਣੇ ਕੋਲ ਜਿਹੜਾ 1 ਲਿਖਿਆ 1 ਨੂੰ ਮਲਟੀਪਲਾਈ ਕਰਨਾ ਹੈ ਸਕੁਅਰ ਦੇ ਨਾਲ। ਤਾਂ 1 ਮਲਟੀਪਲਾਈ x ਸਕੁਅਰ ਦਾ ਮਤਲਬ ਕੀ ਹੋਇਆ ਸਾਡੇ ਕੋਲ x ਸਕੁਅਰ ਨਾਲ ਕੁਝ ਨਹੀਂ ਤਾਂ ਅਸੀਂ 1 ਲਗਾ ਸਕਦੇ ਹਾਂ। ਸੋ ਇਸ x ਸਕੁਅਰ ਨੂੰ x ਸਕੁਅਰ ਵਾਲੇ ਦੇ ਨੀਚੇ ਹੀ ਰੱਖ ਦੇਣਾ ਇੱਥੇ ਵੈਲਿਊ। ਸੋ x ਸਕੁਅਰ ਵਾਲੇ ਦੇ ਵੈਲਿਊ ਦੇ ਨੀਚੇ ਹੀ ਅਸੀਂ ਰੱਖਾਂਗੇ 1x ਸਕੁਅਰ ਸਾਈਨ ਪਲੱਸ ਦਾ। ਹੁਣ ਨੈਕਸਟ ਸਟੈਪ ਹੋਏਗਾ ਸਾਡੇ ਕੋਲ ਸਾਈਨ ਚੇਂਜ ਕਰਨੇ। ਹੁਣ ਇਹਦੇ ਨੀਚੇ ਦੇਖੋ ਇੱਥੇ x ਕਿਊ ਦੇ ਨਾਲ ਕੋਈ ਸਾਈਨ ਨਹੀਂ ਦਿਖਦਾ ਤਾਂ ਅਸੀਂ ਕੀ ਮੰਨਾਂਗੇ ਪਲੱਸ ਦਾ। तो इसमें चेंज करके की बन जाऊगा अपने को माइनस का। इतने प्लस का साइन है तो चेंज करके हो जाऊगा माइनस का। इसमें खत्म कर देना। 3 जो बन गए 2x स्क्वायर और नेक्स्ट असं एज इट इज नीचे उतार लेना है 3x प्लस 1। फिर नेक्स्ट स्टेप x ਨੂੰ किसी ਨਾਲ मल्टीप्लाई करिए कि अपने को 2x स्क्वायर आ जाए। सो x मल्टीप्लाई 2x, चलो ਅਸੀਂ 2x ਨਾਲ मल्टीप्लाई करांगे तो ਸਾਡੇ ਕੋਲ 2x स्क्वायर आएगा। सो ऊपर आंसर लिखांगे ਅਸੀਂ 2x नीचे 2x स्क्वायर, फिर लाइन मारनी है। फिर नेक्स्ट स्टेप करना वही 1 ਨੂੰ ਮਲਟੀਪਲਾਈ ਕਰ ਦੇਣਾ 2x ਦੇ ਨਾਲ। ਫਿਰ ਇਸ ਨੂੰ 2x ਵੈਲਿਊ ਦੇ ਨੀਚੇ ਸਾਈਨ ਪਲੱਸ ਦਾ। फिर नेक्स्ट स्टेप साइन चेंज करने, साइन चेंज करके इतने माइनस, इसका भी माइनस, ये खत्म हो जाएगा। अपने को की बचेगा इतने 1x प्लस 1। फिर नेक्स्ट स्टेप x के टेबल ਦੇ ਵਿੱਚ किस ਨੂੰ ਮਲਟੀਪਲਾਈ ਕਰੀਏ ਕਿ ਆਪਣੇ ਕੋਲ x ਆ ਜਾਏ ਤਾਂ x ਨੂੰ ਅਸੀਂ 1 ਨਾਲ ਹੀ ਮਲਟੀਪਲਾਈ ਕਰਾਂਗੇ। ਆਪਣੇ ਕੋਲ ਕੀ ਆਏਗਾ 1x। तो ऊपर लिखांगे पहला ਅਸੀਂ आंसर 1 और नीचे 1x। फिर लाइन मारांगे, फिर इस 1 ਨੂੰ ਮਲਟੀਪਲਾਈ ਕਰਾਂਗੇ ਇਸ 1 ਦੇ ਨਾਲ। 1 1 ਦਾ 1 साइन प्लस ਦਾ, फिर साइन चेंज इस प्लस का भी माइनस, खत्म हो जाएगा सारा कुछ। तो की वजह साढ़े को डिवाइडर रिमाइंडर की वजह साढ़े को 0, बाकी आया अपने को 0। आंसर आ गया अपने को x क्यू
प्लस 2x प्लस 1। नैक्सट है जी अपने को 12x² माइनस 7x प्लस 1 का गुणन खंडीकरण करो यानी फैक्टर बनाओ। 12x² प्लस सब तो पहला स्टैप की होता है साडे कोल इस 12 ਨੂੰ ਲਾਸਟ ਵਾਲੇ ਦੇ ਨਾਲ ਮਲਟੀਪਲਾਈ ਕਰਨਾ। ਜੋ ਵੀ ਪਹਿਲੇ ਨੰਬਰ ਤੇ ਲਿਖਿਆ ਉਸ ਨੂੰ ਲਾਸਟ ਵਾਲੇ ਨਾਲ ਮਲਟੀਪਲਾਈ ਕਰਨਾ। 12 ਮਲਟੀਪਲਾਈ 1 12। ਫਿਰ ਅਸੀਂ ਦੇਖਣੇ ਆ ਦੋ ਡਿਜਿਟ ਐਸੇ ਫਾਈਂਡ ਕਰਨੇ ਆ कि मल्टीप्लाई करके अपने को 12 आ जाए और उन्होंने प्लस माइनस करके अपने को जो सेंटर च लिखिया -7 आ जाए तो सिंपल असी पहला फाइंड आउट करांगे। देखो 1 देखा 1 मल्टीप्लाई करिए 12 के नाल 12 बन जाएगा। इसनू प्लस करांगे तो अपने को आंसर आ जाएगा 13 माइनस करेंगे तो 11। फिर नैक्सट 2 मल्टीप्लाई 6 = 12। 2 नू प्लस करांगे 6 नाल अपने को आ जाएगा 8 माइनस कर देंगे तो 4। फिर नैक्सट 3 मल्टीप्लाई 4 = 12 प्लस कर देंगे अपने को 7 माइनस कर देंगे 1। तो इट मीनस की होया साडे कोल डिजिट तो फाइंड आउट हो गए पर सानू की चाहिए -7। तो डेट मीनस की आ कि असं इत्थे वड्डे अगे साइन जिहड़ा माइनस का लगा देंगे एंड नैक्सट भी सानू फिर माइनस का लगाना पएगा। क्यों? क्योंकि साडे कोल चाहिए 7। तो माइनस माइनस की होंदा है प्लस प्लस करके आ जाएगा अपने को 7 और वड्डे अगे साइन की है माइनस और असं इत्थे पुट करांगे। फाइनल फैक्टर होया साडे कोल -4 एंड -3। सब तो पहला इत्थे लिखांगे 12x² माइनस 4 जो इत्थे लिखिया देखो x लिखिया ते नाल असं x लगा देना। जिथे ए लिखिया होंदा या बी लिखिया होंदा कुछ भी लिखिया होंदा असं उही इत्थे नाल पुट कर देना है। फिर -3x लास्ट में जो लिखिया वही इत्थे मैंशन करना है 1। फिर नैक्सट की अपने को दोनों 2 दे अपने को पेयर बन जाएंगे। इन्हां चों कॉमन कढना है। कॉमन कढण लई की करना सी 12x² माइनस 4x इन्हां दे फैक्टर बना देने हैं। 2 मल्टीप्लाई 3 मल्टीप्लाई x माइनस 2 मल्टीप्लाई x। फिर माइनस तो लैफ्ट साइड एंड माइनस तो राइट साइड कॉमन किया असं बाहर कर देने हैं। 2 बाहर आ गया। फिर नैक्सट 2 एंड 2 इसनू मल्टीप्लाई पा के लिखना है। फिर नैक्सट अपने को कॉमन किया x एंड x इसनू भी बाहर मल्टीप्लाई पा के लिखना है। हुण अपने को कॉमन खत्म हो गए ब्रैकेट स्टार्ट करो। माइनस तो इस साइड की रह गया अपने को 3 एंड x इत्थे लिखांगे असीं 3x। दूजी साइड की बचेगा अपने को कुछ नहीं तो असं की करांगे 1 लगावांगे और साइन जो सेंटर सन दिता होया वही लगाना। बाहर वाले नूं मल्टीप्लाई कर दांगे 2 2 दा 4x 3x माइनस 1। यही फैक्टर जो साडे कोल तुसीं रफ च बनाउणे आ इहनूं चक के इत्थे फाइनल दे विच लिखना है 4x 3x माइनस 1। सो नैक्सट इत्थे तुसीं ब्रैकेट बनानी है 3x माइनस 1। 101% जिहड़ी ये ब्रैकेट है सेम यही ब्रैकेट तुसीं इस साइड लिखनी है। तुसीं इस तो पहले इसनूं चेक भी कर सकते हो। 4 3 दा 12 x नूं x नाल कीता x²। 4x नूं -1 नाल मल्टीप्लाई करोगे तो की आऊगा साडे कोल -4 है। यही फैक्टर जिहड़े तुहाडे कोल इत्थे लिखे होणगे वो सेम बनने चाहिए। हुण इत्थे की देखना सी कि 3x नूं बाहर इत्थे की रखना है कि किस नाल मल्टीप्लाई करिए कि आंसर अपने कोल -3x बन जाए। सो दैट मीनस -1। देखो चेक करते हैं -1 नूं जे असीं मल्टीप्लाई करांगे 3x के नाल तो साडे कोल की बन जाएगा दैट इज 3x एंड माइनस भी नाल आएगा। सो -1 नूं मल्टीप्लाई करांगे -1 दे नाल तो की बन जाएगा साडे कोल 1 1 दा 1 एंड माइनस माइनस प्लस। तो दैट मीनस की होया कि साडे फैक्टर बिल्कुल एग्जैक्ट ने। हुण असीं फाइनल की लिखांगे जो साडे कोल बाहर है 4x एंड -1 इस नूं एक ब्रैकेट च पा दांगे एंड ये जिहड़ी दो ब्रैकेट है सेम है इस नूं भी असीं एक ब्रैकेट दे विच बंद कर दांगे 3x माइनस 1। सो दैट इज द फाइनल आंसर। नैक्सट है जी अपने कोल इन गिवन फिगर AB पैरेलल DE एंगल BAC 35 डिग्री एंड एंगल CDE 53 डिग्री फाइंड DCE। ਇਹਦੇ ਵਿੱਚ ਤੁਸੀਂ फाइंड DCE करना है। ਇਹ वाला एंगल ਤੁਸੀਂ फाइंड आउट करना। सब तो पहला ਅਸੀਂ ਲਿਖਾਂਗੇ एंगल BAC प्लस एंगल CED। ਇਹ ਕਿਹੜੇ ਨੇ ਜੀ ਅਲਟਰਨੇਟ ਇੰਟੀਰੀਅਰ ਐਂਗਲਸ। ਅਲਟਰਨੇਟ ਇੰਟੀਰੀਅਰ ਐਂਗਲ ਕੀ ਹੁੰਦਾ ਇੱਕ ਨਿਸ਼ਾਨੀ ਹੁੰਦੀ ਹੈ ਇਸ ਦੀ Z ਦੀ। ਇੱਕ ਇਹ ਐਂਗਲ ਐਂਡ ਇਹ ਐਂਗਲ ਇਹ ਇਕੁਅਲ ਹੋ ਜਾਂਦੇ ਆ। ਇੱਥੇ ਕੀ ਆਪਣੇ ਕੋਲ ਪੁੱਠਾ Z ਹੈ ਤਾਂ ਵੀ ਇਹ ਐਂਗਲ ਐਂਡ ਇਹ ਵਾਲਾ ਇਹ ਕੀ ਹੋਏਗਾ ਇਕੁਅਲ ਹੋ जाएंगे। सो दैट इज द एंगल देखो एंगल BAC एंड CED ये दोनों एंगल की होंगे इक्वल। सो देयरफॉर एंगल BAC की हो गया साडे कोल एंगल BAC की वैल्यू हैगी साडे कोल 35 डिग्री। सो देयरफॉर एंगल CED इक्वल। सो एंगल CED भी की हो गया साडे कोल 35 डिग्री। नेक्स्ट असं लिखांगे इन ट्रायंगल CDE एंगल CDE प्लस एंगल CED प्लस एंगल DCE इज इक्वल टू 180 डिग्री। रीजन एंगल सम प्रॉपर्टी CDE की वैल्यू सानू दित्ती है देखो D सेंटर वाले हमेशा जिहड़े ध्यान रखने होंदे आ कि D इसकी वैल्यू की साडे कोल 53 डिग्री प्लस ये साडे कोल आ गया सीगा 35 डिग्री एंगल CED एंड
DCE ਅਸੀਂ ਫਾਈਂਡ ਆਊਟ ਕਰਨਾ ਹੈ, ਇਹਨੂੰ ਐਜ਼ ਇਟ ਇਜ਼ ਲਿਖਾਂਗੇ DCE ਇਜ਼ ਇਕੁਅਲ ਟੂ 180 ਡਿਗਰੀ। ਇਸ ਨੂੰ ਪਲੱਸ ਕਰਾਂਗੇ ਤਾਂ ਸਾਡੇ ਕੋਲ ਆਏਗਾ 88 ਡਿਗਰੀ ਪਲੱਸ ਐਂਗਲ DCE ਇਜ਼ ਇਕੁਅਲ ਟੂ 180 ਡਿਗਰੀ। एंगल DCE इज इक्वल टू 180 माइनस 88। इसनूं तुसीं दूजी साइड ले जाके माइनस कर दोगे तो वैल्यू साडे कोल आ गई एंगल DCE दी 92 डिग्री। सो दैट इज द फाइनल आंसर। नेक्स्ट है जी अपने कोल ओर पार्ट दे विच मैचिंग करनी है। सो पहला अपने कोल लीनियर पेयर ऑफ एंगल दैट इज द सम ऑफ 180 डिग्री, कोणा दा रेखी जोड़ा 180 डिग्री, वर्टिकली ओपोजिट एंगल इक्वल हुंदे आ, शिखर सन्मुख कोण बराबर, रिफ्लेक्स एंगल की होंगे बिटवीन 180 डिग्री टू एंड 360 डिग्री, लॉन्गेस्ट साइड ऑफ राइट एंगल ट्रायंगल दैट इज द हाइपोटेन्यूज, समकोणी त्रिभुजी सब तो बड़ी भुजा कर्ण हुंदी है। नेक्स्ट है जी अपने कोल नेक्स्ट त्रिभुज ਦੀਆਂ ਭੁਜਾਵਾਂ 12:17:25 ਵਿੱਚ ਹਨ ਅਤੇ ਇਸ ਦਾ ਪਰਿਮਾਪ 540 ਸੈਂਟੀਮੀਟਰ ਹੈ। ਖੇਤਰਫਲ ਪਤਾ ਕਰੋ। ਸਾਈਡ ਆਫ ਟ੍ਰਾਇੰਗਲ ਆਰ ਇਨ ਦਾ ਰੇਸ਼ੋ 12:17:25 and its perimeter is 540. Find its area. रेशियो वाली हमेशा तुसी याद रखनी है उस तरीके नाल। Let the side of triangle is equal to 12x, नाल x लगा देना है बस, 17x 25x। perimeter of triangle त्रिभुज दा परिमाप ये सन दिता होया 540 सेंटीमीटर। सो देयरफॉर की हो जाएगा साडे कोल, पहला ਅਸੀਂ साइड पता करांगे, पहला ਅਸੀਂ ਇੱਥੇ x ਦੀ ਵੈਲਿਊ ਪਤਾ ਕਰਾਂਗੇ 12x plus 17x plus 25x is equal to 540 प्लस करके आ गया ना कोल 54x is equal to 540। x अपनी जगह ते x ਦੇ ਜਿਹੜਾ ਨਾਲ ਜਿੰਬੜਿਆ ਇਹ ਚੱਕ ਕੇ ਜਾਊਗਾ ਦੂਜੀ ਜਗ੍ਹਾ ਤੇ ਥੱਲੇ, ਨੀਚੇ ਆ ਗਿਆ ਆਪਣੇ ਕੋਲ 54। ਕਟਿੰਗ ਕਰਾਂਗੇ ਆਪਣੇ ਕੋਲ x ਦੀ ਵੈਲਿਊ ਹੋ ਜਾਊਗੀ 10। ਸੋ ਇਸ x ਦੀ ਵੈਲਿਊ ਅਸੀਂ ਇਹਦੇ ਚ ਪੁੱਟ ਕਰਦੇ ਜਾਵਾਂਗੇ 12x is equal to 12 multiply 10 is equal to 120 डिग्री। पुट करके ਅਸੀਂ ਕੀ ਕਰ ਰਹੇ ਹਾਂ, एंगल बना रहे हैं पहला, फिर 17x is equal to 70 multiply 10 170 डिग्री, फिर 25x is equal to 25 multiply 10 250 डिग्री। नेक्स्ट ਅਸੀਂ ਪਹਿਲਾਂ s ਕੱਢਾਂਗੇ। s ਦਾ ਫਾਰਮੂਲਾ ਕੀ ਹੁੰਦਾ ਹੈ, a plus b plus c upon 2, 120 plus 170 plus 250 upon 2 प्लस करके आऊगा साडे कोल 540 upon 2, कटिंग करके आ जाऊगा साडे कोल 270। नेक्स्ट ਅਸੀਂ ਲਗਾਵਾਂਗੇ ਏਰੀਆ ਆਫ ट्रायंगल जिसनों ਅਸੀਂ s वाला फार्मूला भी कह ਦਿੰਦੇ ਆ। रूट ਦੇ ਵਿੱਚ s minus a, s minus b, s minus c। सो s ਦੀ ਵੈਲਿਊ ਕੀ ਆ ਆਪਣੇ ਕੋਲ 270, ਇੱਥੇ 270 ਪੁੱਟ ਕਰਾਂਗੇ, ਜਿੱਥੇ ਇੱਥੇ s ਲਿਖਿਆ ਉੱਥੇ ਤੁਸੀਂ 270 ਪੁੱਟ ਕਰ ਦੇਣਾ। ਦੇਖੋ ਅੰਦਰ ਬ੍ਰੈਕਟ 'ਚ ਫਿਰ s ਲਿਖਿਆ, ਇੱਥੇ 270 ਮਾਈਨਸ a ਦੀ ਵੈਲਿਊ ਕੀ ਆ ਸਾਡੇ ਕੋਲ, ਇਹ a ਦੀ ਆ, ਇਹ b ਦੀ ਐਂਡ ਇਹ c ਦੀ 120, ਫਿਰ 270 ਮਾਈਨਸ 170, ਫਿਰ 270 ਮਾਈਨਸ 250। नेक्स्ट की करना स्टेप ਅਸੀਂ 270 इसनों माइनस कर देंगे, माइनस करके साडे कोल आंसर आ जाऊगा इत्थे 150। नेक्स्ट आऊगा 100 एंड नेक्स्ट आ जाएगा अपने कोल 20। 270 दे फैक्टर बनावांगे ਅਸੀਂ 30 मल्टीप्लाई 3 मल्टीप्लाई 3, फिर इस दे फैक्टर बनणगे 30 मल्टीप्लाई 5, 100 दे फैक्टर 10 मल्टीप्लाई 10, फिर नेक्स्ट ਅਸੀਂ ਬਣਾਵਾਂਗੇ 5 मल्टीप्लाई 2 मल्टीप्लाई 2। ਇਹਦੇ ਅਸੀਂ पेयर बना के बाहर कर ਦਾਂਗੇ सेम देखो 30 है, इसनों ਅਸੀਂ बाहर कर ਦਾਂਗੇ सेम करके, ਜਿਹੜੇ ਜਿਹਦੇ ਜਿਹਦੇ पेयर बनते जा रहे हैं उसनों ਅਸੀਂ बाहर करते जावांगे। 3 सेम है, ਇਹਨਾਂ ਚੋਂ ਇੱਕ 3 बाहर लेके आवांगे। फिर नेक्स्ट देखो 5, नेक्स्ट अपने कोल 10, नेक्स्ट अपने कोल 2, मल्टीप्लाई करके ਇਹਨਾਂ ਨੂੰ ਆਨਸਰ ਆ ਜਾਏਗਾ ਸਾਡੇ ਕੋਲ 9000 ਸੈਂਟੀਮੀਟਰ ਸਕੁਅਰ। ਜਦੋਂ ਵੀ ਅਸੀਂ ਏਰੀਆ ਕੱਢਣਾ ਹੈ ਹਮੇਸ਼ਾ ਕੀ ਹੋਊਗਾ ਸਾਡੇ ਕੋਲ ਵੈਲਿਊ ਆਊਗੀ ਸਕੁਅਰ ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਦੋ ਅਲੱਗ-ਅਲੱਗ ਰੰਗਾਂ ਦੇ ਕੱਪੜਿਆਂ ਤੇ 10 ਤ੍ਰਿਭੁਜ ਆਕਾਰ ਦੇ ਟੁਕੜਿਆਂ ਨੂੰ ਸਿਲਾਈ ਕਰਕੇ ਇੱਕ ਛਤਰੀ ਬਣਾਈ ਗਈ ਹੈ। ਹਰੇਕ ਟੁਕੜੇ ਦਾ ਮਾਪ 20 ਸੈਂਟੀਮੀਟਰ 50 ਸੈਂਟੀਮੀਟਰ एंड 50 सेंटीमीटर है। छतरी च हरेक रंग का कितना कपड़ा लग्या है। एन अम्ब्रेला इज मेड बाय स्टिचिंग 10 ट्रायंगुलर पीसीस of cloth of 2 different colors. See the given figure, each piece measuring 20 centimeter 50 centimeter and 50 centimeter. How much cloth is required for the umbrella? Total piece is equal to 10. It means की होया अपने कोल के 5 जेड़े ने वो different color है एंड 5 डिफरेंट कलर ने। देखो ये डार्क किया हुआ डार्क शेड है
यानी 5 इस तरीके दे ने, 5 ये प्लेन इस तरीके दे वाइट ने। सो एरिया ऑफ वन पीस, फिर वही एस वाला फार्मूला, एस एस माइनस ए एस माइनस बी एस माइनस सी। पहला सी इज द एस कटांगे, एस इज इक्वल टू ए प्लस बी प्लस सी अपॉन 2। सो एस इज इक्वल टू 20 प्लस 50 अपॉन 2 प्लस करके हो गया साडे कोल 120 अपॉन 2 कटिंग करके आया साडे कोल 60। सो एक्स की वैल्यू आ गई साडे कोल 60। तो इसे इनू फार्मूले च पुट कर देंगे, जिथे इतने एस है उत्थे 60, 60 माइनस 20, 60 माइनस 50, 60 माइनस 50। तो नेक्स्ट उस तरीके नाल फिर 60 मल्टीप्लाई 40 मल्टीप्लाई 10 मल्टीप्लाई 10। नेक्स्ट इसदे फैक्टर बना के ਅਸੀਂ ਇਸ ਨੂੰ ਸੇਮ ਕਰਕੇ ਬਾਹਰ ਕੱਢ ਦਾਂਗੇ। 60 ਦੇ ਫੈਕਟਰ ਬਣਨਗੇ 10 ਮਲਟੀਪਲਾਈ 3 ਮਲਟੀਪਲਾਈ 2, ਫਿਰ 40 ਦੇ 10 ਮਲਟੀਪਲਾਈ 2 ਮਲਟੀਪਲਾਈ 2, ਫਿਰ ਨੈਕਸਟ ਐਜ਼ ਇਟ ਇਜ਼ ਇਸ ਨੂੰ ਲਿਖ ਦੇਣਾ, ਕਿਉਂਕਿ ਅਸੀਂ ਸਿਰਫ ਕੰਮ ਕੀ ਹੈ ਸਾਡਾ ਇੱਥੋਂ ਪੇਅਰ ਬਣਾ ਕੇ ਬਾਹਰ ਕੱਢਣ ਦਾ। ਸੋ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਵੱਧ ਤੋਂ ਵੱਧ ਜਿਹੜੇ ਪੇਅਰ ਬਣ ਜਾਣ। ਸੋ ਦੇਖੋ ਪਹਿਲਾ ਕੀ ਆ ਆਪਣੇ ਕੋਲ 10, ਇਹ 10 ਆਪਣੇ ਕੋਲ ਇੱਥੇ ਪਿਆ ਇੱਕ, ਇਸ ਨੂੰ ਬਾਹਰ ਕੱਢ ਲਾਂਗੇ। 3 ਦਾ ਦੇਖੋ ਕੋਈ ਪੇਅਰ ਨਹੀਂ ਹੈਗਾ, ਹੋਰ ਕੋਈ 3 ਹੈ ਨਹੀਂ ਸਾਡੇ ਕੋਲ। ਇਹ 2 ਦਾ ਪੇਅਰ ਬਣਿਆ ਹੋਇਆ, ਇਹਨੂੰ ਅਸੀਂ ਬਾਹਰ ਕੱਢ ਦੋ। ਇੱਕ 10 ਦਾ ਪੇਅਰ ਬਣਿਆ ਹੋਇਆ, ਇਸ ਨੂੰ ਬਾਹਰ ਕੱਢ। ਅੰਦਰ ਕੀ ਬਚਿਆ ਸਾਡੇ ਕੋਲ 3 2 ਮਲਟੀਪਲਾਈ ਦੇ ਵਿੱਚ, ਇਸ ਨੂੰ ਮਲਟੀਪਲਾਈ ਕਰਕੇ ਅੰਦਰ ਲਿਖੋ 6। ਬਾਹਰ ਕੀ ਆ ਗਿਆ ਸਾਡੇ ਕੋਲ 200 रूट 6। ਸੋ देयरफॉर ਕੀ ਹੋ ਗਿਆ ਏਰੀਆ ਆਫ ਫਸਟ ਕਲਰ ਇਜ਼ ਇਕੁਅਲ ਟੂ 5 ਮਲਟੀਪਲਾਈ 200 रूट 6। ਕਿਉਂਕਿ ਅਸੀਂ ਇੱਕ ਦਾ ਕੱਢਿਆ ਸੀਗਾ, ਹੁਣ ਇਸ ਨੂੰ 5 ਦੇ ਨਾਲ ਪਹਿਲਾਂ ਮਲਟੀਪਲਾਈ ਕਰਾਂਗੇ। ਮਲਟੀਪਲਾਈ ਕਰਕੇ ਆ ਜਾਏਗਾ ਸਾਡੇ ਕੋਲ 1000 रूट 6 ਸੈਂਟੀਮੀਟਰ ਸਕੁਅਰ। ਫਿਰ ਨੈਕਸਟ ਇਸੇ ਤਰੀਕੇ ਦੇ ਨਾਲ ਏਰੀਆ ਆਫ ਸੈਕਿੰਡ ਕਲਰ is equal to 5 multiply 200 root 6 1000 रूट 6 ਸੈਂਟੀਮੀਟਰ ਸਕੁਅਰ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ P ਅਤੇ Q ਕਰਮਵਾਰ ਸਮਾਨਾਂਤਰ ਚਤੁਰਭੁਜ ABCD ਦੀਆਂ ਭੁਜਾਵਾਂ DC ਅਤੇ AD ਉੱਤੇ ਸਥਿਤ ਬਿੰਦੂ ਹਨ। ਦਰਸਾਓ ਕਿ ਏਰੀਆ APB equal area BQC। P and Q are any 2 point lying on the side DC and AD respectively of a parallelogram ABCD. Show that area ABP equal area BQC। सब तो पहला लिखांगे गिवन ABCD is a parallelogram। फिर to prove area of APB equal area BQC प्रूफ की करना सी, प्रूफ ਅਸੀਂ स्टार्ट करांगे। सब तो पहला लिखांगे if any triangle and parallelogram same base then ਜਦੋਂ ਕਹਿੰਦੇ ਇੱਕ ਏਰੀਆ ਆਫ ਟ੍ਰਾਇੰਗਲ ਦਾ ਯਾਨੀ ਤ੍ਰਿਭੁਜ ਦਾ ਤੇ ਪੈਰਲੇਲੋਗ੍ਰਾਮ ਦਾ ਸਮਾਨਾਂਤਰ ਚਤੁਰਭੁਜ ਦਾ ਆਧਾਰ ਜਿਹੜਾ ਉਹ ਸੇਮ ਹੋ ਜਾਂਦਾ ਹੈ, then area of triangle is half of parallelogram। ਤਾਂ ਜਿਹੜਾ ਤ੍ਰਿਭੁਜ ਦਾ ਖੇਤਰਫਲ ਹੈ ਉਹ ਕੀ ਹੋ ਜਾਂਦਾ ਹੈ, ਅੱਧਾ ਹੋ ਜਾਂਦਾ ਹੈ ਸਮਾਨਾਂਤਰ ਚਤੁਰਭੁਜ ਦੇ। ਸੋ ਇੱਥੇ ਲਿਖਾਂਗੇ ਅਸੀਂ therefore APB। ਸੋ ਇੱਥੇ ਕੀ ਆ ਸਾਡੇ ਕੋਲ APB and parallelogram ABCD। ਦੇਖੋ ਇਹ ਟ੍ਰਾਇੰਗਲ ਹੈ ਸਾਡੇ ਕੋਲ APB and parallelogram ਕੀ ਆ ABCD। ठीक है जी। ਇਹਨਾਂ ਦਾ ਬੇਸ ਕੀ ਆ, ਦੇਖੋ ਦੋਨਾਂ ਦਾ ਸੇਮ ਬੇਸ ਹੈ, लाई on same base AB and between same parallel line AB and CD। सो therefore ਕੀ ਹੋਗਾ ਸਾਡੇ ਕੋਲ ਏਰੀਆ ਆਫ ਟ੍ਰਾਇੰਗਲ APB ਹਾਫ ਹੋ ਗਿਆ ਇਹ ਏਰੀਆ ਆਫ ਟ੍ਰਾਇੰਗਲ ABCD ਦਾ। ਇਹ ਸਾਡੇ ਕੋਲ ਬਣ ਜੂਗੀ ਫਸਟ ਇਕੁਏਸ਼ਨ। ਸੋ ਇਸੇ ਤਰੀਕੇ ਨਾਲ ਅਸੀਂ ਲਿਖਾਂਗੇ ਸਿਮਿਲਰਲੀ ਦਾ ਮਤਲਬ ਇਸੇ ਤਰ੍ਹਾਂ ਟ੍ਰਾਇੰਗਲ BQC ਐਂਡ ਪੈਰਲੇਲੋਗ੍ਰਾਮ ABCD। ਬਾਕੀ ਹੈਗੀ ਉਸੇ ਤਰੀਕੇ ਨਾਲ ਲਿਖ ਦੇਣਾ ਸੀ लाई on same base। ਆ ਲਾਈਨ ਫੇਰ ਚੱਕ ਕੇ ਤੁਸੀਂ ਇੱਥੇ ਲਿਖ ਦੇਣੀ ਆ ਐਂਡ ਬਿਟਵੀਨ ਸੇਮ ਪੈਰਲਲ ਲਾਈਨ। ਇੱਥੇ ਪੈਰਲਲ ਲਾਈਨ ਤੇ ਆ ਕੇ ਤੁਸੀਂ ਨੀਚੇ ਚੇਂਜ ਕਰ ਦੇਣਾ, ਇੱਥੇ ਲਿਖ ਦੇਣਾ ਸੀ ਨੀਚੇ BC ਐਂਡ AD। ਦੇਖੋ ਇੱਥੇ ਕੀ ਹੋ ਰਿਹਾ BQC ਐਂਡ ਜਿਹੜਾ ਇਹ ABCD ਪੈਰਲੇਲੋਗ੍ਰਾਮ ਹੈ ਸੇਮ ਬੇਸ ਜਿਹੜਾ ਇਹਨਾਂ ਦਾ ਇਹੀ ਬੇਸ ਦੇਖੋ ਇਸ ਪਾਸੇ ਵੀ ਬਣ ਰਿਹਾ ਐਂਡ ਪੈਰਲਲ ਲਾਈਨ ਹੋ ਗਿਆ ਆਪਣੇ ਕੋਲ BC ਐਂਡ AD। ਸੋ ਨੈਕਸਟ ਲਿਖਾਂਗੇ therefore ਏਰੀਆ ਟ੍ਰਾਇੰਗਲ BQC ਹਾਫ ਹੋ ਜਾਏਗਾ ਏਰੀਆ ਆਫ ਟ੍ਰਾਇੰਗਲ ABCD ਦਾ। ਇਹਨੂੰ ਬਣਾ ਲਾਂਗੇ ਸੈਕਿੰਡ ਇਕੁਏਸ਼ਨ। ਸੋ ਇੱਥੇ ਲਾਸਟ ਵਿੱਚ ਲਿਖਾਂਗੇ ਬਸ ਅਸੀਂ y1 ਐਂਡ 2 ਏਰੀਆ ਟ੍ਰਾਇੰਗਲ APB ਇਕੁਅਲ ਏਰੀਆ ਆਫ ਟ੍ਰਾਇੰਗਲ BQC। ਇਹ ਸਾਡੇ ਕੋਲ फाइनल आंसर बन जूगा, क्योंकि देखो इतने भी APB का हाफ होंगे और BQC का भी हाफ हो गया। सो ये दोनों जेडे ट्रायंगल ने वो इक्वल हो गए। नैक्सट है जी अपने को पार्ट डी दे विच 3 मीटर डूंगी ते 40 मीटर चौड़ी एक नदी 2 किलोमीटर प्रति घंटा की चाल नाल बह के समुद्र च डिगदी है। 1 मिनट विच समुद्र च कितना पानी डिगेगा। A river 3 मीटर deep and 40 मीटर wide is flowing at the rate of 2 किलोमीटर per hour
ਹਾਊ ਮਚ ਵਾਟਰ ਵਿਲ ਫਾਲ ਇਨਟੂ ਦਾ ਸੀ ਇਨ ਮਿੰਟ। ਫਲੋਇੰਗ ਰੇਟ ਹੈ ਜੀ ਸਾਡੇ ਕੋਲ 2 ਕਿਲੋਮੀਟਰ ਪਰ ਆਰ ਦਾ। 1 ਕਿਲੋਮੀਟਰ ਦੇ ਵਿੱਚ ਮੀਟਰ ਹੁੰਦੇ ਆ ਜੀ 1000 ਮੀਟਰ, ਸੋ 2 ਕਿਲੋਮੀਟਰ ਦੇ ਵਿੱਚ ਹੋ ਗਏ 2000 ਮੀਟਰ। ਦੇਖੋ ਜਿਵੇਂ ਇਹ ਨਦੀ ਹੈ ਆਪਣੇ ਕੋਲ, ਇਹਦੇ ਜਿਹੜੀ ਕੀ ਕਹਿ ਰਿਹਾ ਉਹ 2 ਕਿਲੋਮੀਟਰ ਪਰ ਆਰ ਦੇ ਵਿੱਚ ਇਸ ਤੋਂ ਪਾਣੀ ਵਗ ਰਿਹਾ, ਤਾਂ ਡੈਟ ਮੀਨਸ ਕੀ ਹੋਇਆ ਇਹ L ਹੋ ਗਈ। ਸੋ L ਨੂੰ ਅਸੀਂ ਪਹਿਲਾਂ ਮੀਟਰ 'ਚ ਕਨਵਰਟ ਕਰ ਲਿਆ। ਸੋ ਇੱਥੇ ਲਿਖਾਂਗੇ ਅਸੀਂ 1 ਮਿੰਟ ਦੇ ਵਿੱਚ ਕੱਢਣ ਲਈ ਅਸੀਂ ਕੀ ਕਰਾਂਗੇ, ਪਹਿਲਾਂ 2000 अपॉन 60 ਨਾਲ ਡਿਵਾਈਡ ਕਰ ਦਾਂਗੇ, 0 ਨਾਲ 0 ਕੱਟ ਜਾਏਗੀ, 2 3 ਦਾ 2 1 ਦਾ ਆਪਣੇ ਕੋਲ ਆ ਜਾਏਗਾ 100/3 ਮੀਟਰ। ਠੀਕ ਹੈ ਜੀ, ਇੱਥੇ ਲਿਖ ਦਾਂਗੇ ਅਸੀਂ ਮਿੰਟ। ਇਹ ਕੀ ਆ ਸਾਡੇ ਕੋਲ ਲੈਂਥ। ਵਾਈਡ ਯਾਨੀ ਬ੍ਰੈਥ ਯਾਨੀ ਚੌੜਾਈ ਉਹਨੇ ਸਾਨੂੰ ਦਿੱਤੀ ਹੋਈ ਹੈ 40 ਮੀਟਰ। 3 ਮੀਟਰ ਉਹਨੇ ਕਿਹਾ ਹੋਇਆ ਡੀਪ ਯਾਨੀ ਡੂੰਘਾਈ, ਇਹ ਹੈਗੀ ਸਾਡੇ ਕੋਲ 3 ਮੀਟਰ। ਇਹ ਬਣ ਜੂਗੀ ਸਾਡੇ ਕੋਲ h ਮੀਨਸ ਹਾਈਟ ਉਹਦੀ ਆ। ਦੇਖੋ ਇਹ ਡੂੰਘਾਈ ਕੀ ਆ ਸਾਡੇ ਕੋਲ, ਇਹ h, ਇਸ ਨੂੰ ਅਸੀਂ h ਮੰਨਾਂਗੇ ਹਾਈਟ। ਸੋ ਸਿੰਪਲ ਇੱਥੇ ਫਾਰਮੂਲਾ ਲਗਾਵਾਂਗੇ, ਵੋਲੀਅਮ ਆਫ ਕਿਊਬਾਈਡ ਇਜ਼ ਇਕੁਅਲ ਟੂ L ਮਲਟੀਪਲਾਈ B ਮਲਟੀਪਲਾਈ h 100/3 ਮਲਟੀਪਲਾਈ 40 ਮਲਟੀਪਲਾਈ 3। 3 ਨਾਲ 3 ਕੱਟ ਗਿਆ, ਆਂਸਰ ਆ ਗਿਆ ਆਪਣੇ ਕੋਲ 4000 ਮੀਟਰ ਕਿਊਬ। ਨੈਕਸਟ ਆਪਣੇ ਕੋਲ ਔਰ ਪਾਰਟ ਦੇ ਵਿੱਚ ਹੈ ਜੀ ਆਪਣੇ ਕੋਲ ਇੱਕ ਕਮਰੇ ਦੀ ਲੰਬਾਈ ਚੌੜਾਈ ਉਚਾਈ 5 ਮੀਟਰ 4 ਮੀਟਰ 3 ਮੀਟਰ ਹੈ। 7.5 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਦੇ ਨਾਲ ਕਮਰੇ ਦੀਆਂ ਦੀਵਾਰਾਂ ਤੇ ਛੱਤ ਨੂੰ ਸਫੇਦੀ ਕਰਾਉਣ ਦਾ ਖਰਚ ਪਤਾ ਕਰੋ। ਲੈਂਥ ਬ੍ਰੈਥ ਐਂਡ ਹਾਈਟ ਆਫ ਏ ਰੂਮ 5 ਮੀਟਰ 4 ਮੀਟਰ 3 ਮੀਟਰ ਰਿਸਪੈਕਟਿਵਲੀ। Find the cost of whitewashing the walls of the room and ceiling at the rate of 7.50 per meter square। So ਅਸੀਂ ਇੱਥੇ ਫਾਰਮੂਲਾ ਲਗਾਵਾਂਗੇ, total surface area of wall is equal to 2LB plus BH plus HL। ਇੱਥੇ ਮਾਈਨਸ ਇੱਕ ਲਗਾਵਾਂਗੇ ਅਸੀਂ ਬਾਹਰ LB। ਇਹ LB ਕੀ ਆ, ਦੇਖੋ ਉਹਨੇ ਦੀਵਾਰਾਂ ਦੀ ਗੱਲ ਕੀਤੀ ਆ ਐਂਡ ਉੱਪਰ ਸੀਲਿੰਗ ਦੀ ਗੱਲ ਕੀਤੀ ਆ, ਪਰ ਨੀਚੇ ਫਰਸ਼ ਜਿਹੜਾ ਆਪਣੇ ਕੋਲ ਮਾਈਨਸ ਆ। ਸੋ ਇਹਦੀ ਲੈਂਥ ਐਂਡ ਬ੍ਰੈਥ ਜਿਹੜੀ ਆ ਅਸੀਂ ਉਹ ਮਾਈਨਸ ਕਰ ਦਾਂਗੇ ਟੋਟਲ ਦੇ ਵਿੱਚੋਂ। ਇਸ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ, ਪਹਿਲਾਂ ਬ੍ਰੈਕਟ ਖੋਲਾਂਗੇ 2LB plus 2BH, ਇਸ 2 ਨੂੰ ਸਾਰਿਆਂ ਦੇ ਨਾਲ ਮਲਟੀਪਲਾਈ ਕਰਦੇ ਜਾਵਾਂਗੇ, ਪਲੱਸ 2HL ਮਾਈਨਸ 1LB। ਦੇਖੋ ਇਹ 2LB ਐਂਡ ਮਾਈਨਸ 1LB, ਇਸ ਨੂੰ ਮਾਈਨਸ ਕਰ ਦਾਂਗੇ, ਇੱਥੇ ਆ ਜਾਏਗਾ ਆਪਣੇ ਕੋਲ 1LB ਪਲੱਸ 2BH ਪਲੱਸ 2HL। ਸਿੰਪਲ ਹੁਣ ਅਸੀਂ ਵੈਲਿਊ ਪੁੱਟ ਕਰ ਦਾਂਗੇ। L ਆਪਣੇ ਕੋਲ 5, B ਆਪਣੇ ਕੋਲ 4, h ਆਪਣੇ ਕੋਲ 3। ਇੱਥੇ ਵੈਲਿਊ ਪੁੱਟ ਕਰ ਦਾਂਗੇ, ਬ੍ਰੈਕਟ ਚ ਪਾ ਦਿਓ b4 plus 2, ਫਿਰ b ਦੀ ਵੈਲਿਊ h ਦੀ ਵੈਲਿਊ 3, ਫਿਰ ਪਲੱਸ 2, h ਦੀ ਵੈਲਿਊ 3, l ਦੀ ਵੈਲਿਊ 5। ਇਸ ਨੂੰ ਮਲਟੀਪਲਾਈ ਕਰਾਂਗੇ 20 24 plus 30 ਪਲੱਸ ਕਰਕੇ ਆ ਜਾਏਗਾ ਸਾਡੇ ਕੋਲ 74 ਮੀਟਰ ਸਕੁਅਰ। ਨੈਕਸਟ ਆਣੇ ਨੂੰ ਸਾਨੂੰ ਦਿੱਤਾ ਹੀ ਹੋਇਆ ਕੋਸਟ ਆਫ ਵਾਈਟ ਵਾਸ਼ਿੰਗ ਇਜ਼ ਇਕੁਅਲ ਟੂ, ਕੋਸਟ ਦਿੱਤੀ ਹੋਈ ਹੈ ਉਹਨੇ ਸਾਨੂੰ 7.50 ਪਰ ਮੀਟਰ ਸਕੁਅਰ। ਫਿਰ ਇੱਥੇ ਲਿਖਾਂਗੇ ਕੋਸਟ ਆਫ ਵਾਈਟ ਵਾਸ਼ਿੰਗ 74 ਮੀਟਰ ਸਕੁਅਰ ਨੂੰ 74 ਮੀਟਰ ਸਕੁਅਰ ਦਾ ਕੱਢਣਾ, ਤੇ ਕੀ ਕਰਾਂਗੇ ਅਸੀਂ 74 ਨੂੰ ਮਲਟੀਪਲਾਈ ਕਰ ਦਾਂਗੇ 7.50 ਦੇ ਨਾਲ। ਮਲਟੀਪਲਾਈ ਕਰਕੇ ਸਾਡੇ ਕੋਲ ਆਂਸਰ ਆ ਜਾਏਗਾ 55500। ਪੁਆਇੰਟ ਦਾ ਤੁਸੀਂ ਧਿਆਨ ਬਾਅਦ ਚੋਂ ਰੱਖਣਾ, ਪਹਿਲਾਂ ਮਲਟੀਪਲਾਈ ਸਿੰਪਲ ਕਰ ਦੇਣੀ ਹੈ। ਫਿਰ ਇੱਥੇ ਦੇਖੋ 2 ਛੱਡ ਕੇ ਪੁਆਇੰਟ ਆ, ਤੁਸੀਂ ਇੱਥੇ 2 ਛੱਡ ਕੇ ਪੁਆਇੰਟ ਲਗਾ ਦੇਣਾ। ਆਂਸਰ ਆ ਗਿਆ ਸਾਡੇ ਕੋਲ 555 ਰੁਪੀਸ। ਨੈਕਸਟ ਹੈ ਜੀ ਆਪਣੇ ਕੋਲ 40 ਇੰਜੀਨੀਅਰ, ਉਹਨਾਂ ਦੇ ਘਰ ਤੋਂ ਦਫ਼ਤਰ ਦੀ ਦੂਰੀ, ਇਹ ਦਫ਼ਤਰ ਦੀ ਦੂਰੀ ਦਿੱਤੀ ਹੋਈ ਆ। ਅੰਕੜਿਆਂ ਦੇ ਪਹਿਲੇ ਅੰਤਰਾਲ ਨੂੰ 0.0-55 ਸ਼ਾਮਲ ਦੀ ਲੈ ਕੇ ਵਰਗ ਮਾਪ 5 ਦੇ ਨਾਲ ਵਰਗੀਕ੍ਰਿਤ ਬਾਰੰਬਾਰਤਾ ਵੰਡ ਸਾਰਣੀ ਬਣਾਓ। ਤੁਸੀਂ ਬਣਾਉਣਾ ਜੀ ਇਹਦੇ ਵਿੱਚ ਫ੍ਰੀਕੁਐਂਸੀ ਬਣਾਉਣੀ ਹੈ, ਡਿਸਟ੍ਰੀਬਿਊਸ਼ਨ ਟੇਬਲ ਬਣਾਉਣਾ ਹੈ। ਫਸਟ ਇੰਟਰਵਲ ਸਾਡੇ ਕੋਲ ਹੈਗਾ 0,0-5। ਦੇਖੋ ਇਸ ਤਰੀਕੇ ਦਾ ਤੁਸੀਂ ਉੱਥੇ ਟੇਬਲ ਬਣਾ ਦੇਣਾ ਹੈ। ਡਿਸਟੈਂਸ ਲਿਖ ਕੇ 0 5 5 10 10 15। ਇੱਧਰ ਤੁਸੀਂ ਨੰਬਰ ਆਫ ਇੰਜੀਨੀਅਰ ਲਿਖ ਦੇਣੇ ਆ ਕਿ 0 ਤੇ 5 ਵਾਲੇ ਕਿੰਨੇ ਨੇ। ਦੇਖੋ ਜਿਵੇਂ 5 ਆ ਗਿਆ ਤਾਂ ਨਾਲ ਇੱਥੇ ਤੁਸੀਂ ਟੈਲੀ ਕਰ ਦੇਣਾ 1 2 3 4, ਜਿਹੜਾ 5 ਲਿਖਦੇ ਆ ਅਸੀਂ ਇਸ ਤਰ੍ਹਾਂ ਲਾਈਨ ਮਾਰ। ਸੋ ਇਹ ਸਾਡੇ ਕੋਲ ਟੇਬਲ ਬਣ ਕੇ ਤੁਸੀਂ ਇਸ ਤਰੀਕੇ ਨਾਲ ਉੱਥੇ ਟੇਬਲ ਬਣਾ ਕੇ ਉਹਨਾਂ ਨੂੰ ਦਿਖਾ ਸਕਦੇ। ਇਹਨਾਂ ਨੂੰ ਪਲੱਸ ਕਰਕੇ ਇੱਥੇ ਨੀਚੇ ਲਿਖ ਦੇਣਾ 40। ਨੈਕਸਟ ਹੈ ਜੀ ਆਪਣੇ ਕੋਲ ਗਿਵਨ ਬਿਲੋ ਆਰ ਦਾ ਸੀਟ ਵਨ ਬਾਈ ਡਿਫਰੈਂਟ ਪੋਲੀਟੀਕਲ ਪਾਰਟੀਜ਼। ਰਾਜ ਵਿਧਾਨ ਸਭਾ ਚੋਣਾਂ ਦੇ ਮਤਦਾਨ ਨਤੀਜਿਆਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਜਿੱਤੀਆਂ ਸੀਟਾਂ। ਕੁਐਸਚਨ ਕੀ ਕਹਿ ਰਿਹਾ, ਪਹਿਲਾਂ ਤੁਸੀਂ ਬਾਰ ਗ੍ਰਾਫ ਬਣਾਉਣਾ ਤੁਸੀਂ ਇੱਕ ਐਂਡ ਦੱਸਣਾ ਹੈ ਵਿਚ ਪੋਲੀਟੀਕਲ ਪਾਰਟੀ ਵਨ ਦਾ ਮੈਕਸਿਮਮ ਨੰਬਰ ਆਫ ਸੀਟ। ਦੇਖੋ ਬਾਰ ਗ੍ਰਾਫ ਤੁਸੀਂ ਇਸ ਤਰੀਕੇ ਨਾਲ ਉੱਥੇ ਬਾਰ ਗ੍ਰਾਫ ਬਣਾ ਦੇਣਾ ਸੀਟਾਂ ਦੇ ਹਿਸਾਬ ਦੇ ਨਾਲ। ਨੀਚੇ ABCD ਲਿਖ ਦੇਣਾ ਔਰ ਨੀਚੇ ਇੱਥੇ ਸੀਟਾਂ ਦੀ ਗਿਣਤੀ ਲਿਖ ਦੇਣੀ ਜਿੰਨੀਆਂ ਜਿੱਤੀਆਂ ਨੇ ਉਹ। ਉਸ ਹਿਸਾਬ ਨਾਲ ਤੁਸੀਂ ਇੱਥੇ ਇਹਨੂੰ ਮੈਂਸ਼ਨ ਕਰਕੇ ਬਾਰ ਗ੍ਰਾਫ ਬਣਾ ਸਕਦੇ ਹੋ। ਮੈਕਸਿਮਮ ਸੀਟ ਜਿਹੜੀ ਕਿਹਨੇ ਜਿੱਤੀ ਸੀਗੀ, ਪਾਰਟੀ ਏ ਦੀ ਜਿਹੜੀ VOTING ਸਭ ਤੋਂ ਜ਼ਿਆਦਾ ਹੈ। ਸੋ ਇਸ ਕਰਕੇ ਆਨਸਰ ਕੀ ਹੈ, ਪਾਰਟੀ A ਵਨ ਦਾ ਮੈਕਸਿਮਮ ਨੰਬਰ ਆਫ
ਸੀ। ਸੋ ਇਹ ਸੀ ਜੀ ਸਾਡਾ 9th ਕਲਾਸ ਦਾ ਮੈਥ ਦਾ ਸੈਂਪਲ ਪੇਪਰ। ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਬੜੇ ਈਜ਼ੀਲੀ ਸਮਝ ਆ ਗਏ ਹੋਣਗੇ। ਜਿਹੜੇ ਵੀ ਸਟੂਡੈਂਟ ਸਾਡੇ ਤੋਂ ਆਨਲਾਈਨ ਟਿਊਸ਼ਨ ਕਲਾਸਿਸ ਲੈਣਾ ਚਾਹੁੰਦੇ ਨੇ ਉਹ ਦਿੱਤੇ ਗਏ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਜੁਆਇਨ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਨੇ। ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।